ਸਾਹਿਬ ਜੀਓ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਕਾਓ। ਖੇਤ ਜੋ ਮਾਂਡਿਓ ਸੂਰਮਾ, ਆਵ ਜੂਜਨ ਕੋ ਦਾਓ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਕਟ ਮਰੈ, ਕਬਹੂ ਨ ਛਾਡੈ ਖੇਤ। ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਜਿਤਨੇ ਵੀ ਗੁਰੂ ਪਿਆਰੇ ਸਤ ਸੰਗੀ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਚਵਰ ਛਤਰ ਤਖਤ ਦੇ ਮਾਲਕ ਮੀਰਾਨ ਮੀਰ ਪੀਰਾਨ ਪੀਰ ਸਰਵਰੇ ਕਾਇਨਾਤ ਕੁਨ ਆਲਮ ਦੇ ਸਾਂਝੇ ਸੁਲਤਾਨ ਦੇ ਸਮਰੱਥ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਕਾਫੀ ਲੰਮੇਰੇ ਸਮੇਂ ਤੋਂ ਲੈ ਕਰਕੇ ਇਕੱਤਰ ਹੋ ਬੈਠੇ ਹੋ। ਪਿਆਰ ਸਤਿਕਾਰ ਨਾਲ ਗੁਰ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਹੀ ਗੁਰਮੁਖ ਸੰਗਤਾਂ ਨੂੰ ਇਹ ਭਲੀ ਪ੍ਰਕਾਰ ਵਿਦਿਤ ਹੈ ਕਿ ਅੱਜ ਦਾ ਮਹਾਨ ਇਹ ਗੁਰਮਤਿ ਸਮਾਗਮ ਆਪ ਸੰਗਤਾਂ ਵੱਲੋਂ ਜੋ ਕਰਵਾਇਆ ਜਾ ਰਿਹਾ ਹੈ, ਇਹ ਦਸ਼ਮੇਸ਼ ਪਿਤਾ ਮਰਦ ਅਗੰਮੜੇ ਚੋਜੀ ਪ੍ਰੀਤਮ ਅੰਮ੍ਰਿਤ ਕੇ ਦਾਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਾਰੇ ਸਾਹਿਬਜ਼ਾਦੇ ਧੰਨ ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ, ਜਿਸ ਦੇ ਸੰਬੰਧ ਅੰਦਰ ਅਰਦਾਸ ਤੋਂ ਪਹਿਲਾਂ ਸਤਿਕਾਰਯੋਗ ਪ੍ਰਿੰਸੀਪਲ ਹਰਭਜਨ ਸਿੰਘ ਜੀ ਉਹ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਗਏ ਹਨ। ਉਪਰੰਤ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਉਹਨਾਂ ਦੇ ਜਥੇ ਦੀ ਪਾਵਨ ਰਸਨਾ ਤੋਂ ਗੁਰਬਾਣੀ ਜੀ ਦਾ ਰਸ ਪਿੰਨਾ ਸ਼ਬਦ ਕੀਰਤਨ ਆਪਾਂ ਸਰਵਣ ਕਰ ਰਹੇ ਸੀ। ਸਮੁੱਚੀਆਂ ਸੰਗਤਾਂ ਦੇ ਵੱਲੋਂ ਪ੍ਰਬੰਧਕ ਵੀਰਾਂ ਦੇ ਵੱਲੋਂ ਇਹ ਹੁਕਮ ਲੱਗਿਆ ਸੀ ਕਿ ਕੁਝ ਸਮੇਂ ਵਾਸਤੇ ਗੁਰਮਤਿ ਵਿਚਾਰਾਂ ਦੀ ਸਾਂਝ ਸੰਗਤਾਂ ਦੇ ਨਾਲ ਕੀਤੀ ਜਾਵੇ। ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਹ ਆਨੰਦਾਂ ਦੀ ਪੁਰੀ, ਜਿਸ ਨੂੰ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਹਾੜੀ ਰਾਜਿਆਂ ਦੇ ਕੋਲੋਂ ਮੁੱਲ ਖਰੀਦ ਕਰਕੇ ਨਗਰ ਆਬਾਦ ਕੀਤਾ, ਜਿਸ ਆਨੰਦਾਂ ਦੀ ਪੁਰੀ ਵਿੱਚ ਗੁਰੂ ਕਲਗੀਧਰ ਪਿਤਾ ਜੀ ਨੇ 9 ਸਾਲ ਦੀ ਅਵਸਥਾ ਵਿੱਚ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਦੇ ਵੱਲ ਸੀਸ ਦਾ ਬਲੀਦਾਨ ਦੇਣ ਵਾਸਤੇ ਭੇਜਿਆ।
ਉਹ ਆਨੰਦਾਂ ਦੀ ਪੂਰੀ ਪਾਵਨ ਧਰਤੀ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਭਾਈ ਜੈਤਾ ਜੀ ਲੈ ਕੇ ਪਹੁੰਚਦੇ ਨੇ। ਰੰਗਰੇਟੇ ਗੁਰੂ ਕੇ ਬੇਟੇ ਬਣਦੇ ਨੇ ਸਤਿਗੁਰੂ ਦੇ ਬਚਨਾਂ ਨਾਲ। ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਫਿਰ ਭਾਈ ਜੀਵਨ ਸਿੰਘ ਉਹਨਾਂ ਦਾ ਨਾਮ ਬਣਦਾ ਹੈ। ਉਸ ਪਾਵਨ ਪਵਿੱਤਰ ਆਨੰਦਪੁਰ ਸਾਹਿਬ ਦੀ ਧਰਤੀ, ਜਿਸ ਧਰਤੀ ਤੇ 1699 ਈਸਵੀ ਦੀ ਵਿਸਾਖੀ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਪਾਵਨ ਅਸਥਾਨ ਤੇ ਸਤਿਗੁਰੂ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਜਿੱਥੇ ਕਲੰਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਦੇ ਸਮੁੱਚੇ ਪਰਿਵਾਰ ਨੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ। ਗੁਰੂ ਕੇ ਜਹਾਜੇ ਬੇਅੰਤ ਪ੍ਰਾਣੀ ਗੁਰਸਿੱਖ ਪਿਆਰੇ ਉਥੇ 1699 ਈਸਵੀ ਦੀ ਵਿਸਾਖੀ ਨੂੰ ਚੜ੍ਹੇ ਹਨ। ਉਹ ਜਿਹੜੀ ਐਸੀ ਪਾਵਨ ਧਰਤੀ ਸੀ, ਜਿਸ ਧਰਤੀ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਬੇਅੰਤ ਚੋਜ ਕੀਤੇ। ਪਹਾੜੀ ਰਾਜਿਆਂ ਨੇ, ਔਰੰਗਜ਼ੇਬ ਦੀਆਂ ਫੌਜਾਂ ਨੇ ਆ ਕਰਕੇ ਉਸ ਆਨੰਦਾਂ ਦੀ ਪੁਰੀ ਨੂੰ ਘੇਰੇ ਵਿੱਚ ਲਿਆ। ਇਤਿਹਾਸ ਤੇ ਭਾਵੇਂ ਬੜਾ ਲੰਬਾ ਹੈ, ਕੀ ਕਾਰਨ ਬਣੇ ਸੀ ਜੰਗਾਂ ਦੇ, ਆਪ ਜੀ ਭਲੀ ਭਾਂਤ ਉਹ ਸਾਰੇ ਕਾਰਨਾਂ ਤੋਂ ਜਾਣੂ ਹੋ। 6 ਮਹੀਨਿਆਂ ਦੇ ਲੰਬੇ ਘੇਰੇ ਅਨੰਦਪੁਰ ਸਾਹਿਬ ਨੂੰ ਜਦੋਂ ਪਏ ਨੇ, ਉੱਥੇ ਸਿੰਘਾਂ ਦੀ ਕੀ ਹਾਲਤ ਹੋ ਚੁੱਕੀ ਸੀ, ਜਿਹੜੇ ਕਿਲਿਆਂ ਵਿੱਚ ਬੈਠੇ ਸਨ। ਖਾਣ ਵਾਸਤੇ ਅੰਨ ਅਨਾਜ ਖਤਮ ਹੋਣ ਲੱਗਿਆ, ਪੀਣ ਵਾਸਤੇ ਪਾਣੀ ਵੀ ਪ੍ਰਾਪਤ ਨਹੀਂ ਹੋ ਰਿਹਾ ਸੀ। ਜਿਹੜਾ ਨਾਲਾ ਪਹਾੜਾਂ ਦੇ ਵਿੱਚੋਂ ਅਨੰਦਪੁਰ ਸਾਹਿਬ ਦੇ ਵਿੱਚ ਦੀ ਲੰਘਦਾ ਸੀ, ਪਹਾੜੀ ਰਾਜਿਆਂ ਨੇ ਉਹ ਨਾਲੇ ਨੂੰ ਵੀ ਬੰਨ੍ਹ ਲਾ ਕਰਕੇ ਉਹਦਾ ਮੂੰਹ ਮੋੜ ਦਿੱਤਾ ਸੀ। ਪਾਣੀ ਦੇ ਪਿਆਸ ਦੇ ਦੁੱਖ ਨਾਲ ਕਿੰਨੇ ਘੋੜੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕਿਲਿਆਂ ਵਿੱਚ, ਤਵੇਲਿਆਂ ਵਿੱਚ ਪ੍ਰਾਣ ਤਿਆਗ ਗਏ। ਪ੍ਰਸਾਦੀ ਹਾਥੀ ਵਰਗੇ ਪਾਣੀ ਦੇ ਪਿਆਸ ਕਰਕੇ ਪ੍ਰਾਣ ਤਿਆਗ ਗਏ। ਫਿਰ ਗੁਰੂ ਦੇ ਸਿੱਖ ਜਾਂਦੇ ਨੇ ਪਾਣੀ ਲੈਣ ਵਾਸਤੇ ਘੋੜਿਆਂ ਤੇ ਸਵਾਰ ਹੋ ਕੇ। ਉਹ ਸਮਾਂ ਖਾਲਸੇ ਤੇ ਆ ਬਣਿਆ, ਜਦੋਂ 2 ਸਿੰਘ ਪਾਣੀ ਲੈਣ ਵਾਸਤੇ ਜਾਂਦੇ, ਇੱਕ ਜੂਝ ਕੇ ਸ਼ਹੀਦ ਹੋ ਜਾਂਦਾ, ਪਾਣੀ ਬਦਲੇ ਇੱਕ ਹੀ ਸਿੰਘ ਵਾਪਸ ਮੁੜਦਾ ਸੀ। ਐਸਾ ਜਦੋਂ ਵਿਖੜਾ ਉਹ ਸਮਾਂ ਆਇਆ, ਕਿੰਨਿਆਂ ਨੇ ਕਹਿ ਦਿੱਤਾ, ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ, ਵਿਦਾਵੇ ਦੇ ਕਰਕੇ ਚਲੇ ਗਏ। ਸਤਿਗੁਰੂ ਦੇ ਚਰਨਾਂ ਵਿੱਚ ਖਾਲਸਾ ਪੰਥ ਸਿੰਘਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ, ਮਹਾਰਾਜ ਆਨੰਦਾਂ ਦੀ ਪੁਰੀ ਦੇ ਘੇਰੇ ਦੇ ਅੰਦਰ ਰਹਿ ਕਰਕੇ ਭੁੱਖ ਦੇ ਦੁੱਖ ਦੇ ਨਾਲ, ਪਿਆਸ ਦੇ ਦੁੱਖ ਨਾਲ ਪ੍ਰਾਣ ਛੱਡਣੇ ਸਾਨੂੰ ਚੰਗੇ ਨਹੀਂ ਜਾਪਦੇ। ਕਿਉਂ ਨਾ ਹੋਵੇ ਮੈਦਾਨੇ ਜੰਗ ਵਿੱਚ ਜਾ ਕੇ ਸ਼ਹਾਦਤਾਂ ਦਾ ਜਾਮ ਪੀਏ, ਦੁਸ਼ਮਣ ਦੇ ਸਾਹਮਣੇ ਮੁਕਾਬਲਾ ਕਰਕੇ ਸ਼ਹੀਦੀਆਂ ਪ੍ਰਾਪਤ ਕਰੀਏ। ਮਹਾਰਾਜ ਆਨੰਦਾਂ ਦੀ ਪੁਰੀ ਨੂੰ ਛੱਡ ਦਿਓ। ਕਲੰਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਖਾਲਸਾ ਜੀ ਸਮਾਂ ਕਦੇ ਇੱਕੋ ਜਿਹਾ ਨਹੀਂ ਰਿਹਾ ਕਰਦਾ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਇਹ ਸਮਾਂ ਕਦੇ ਤੇ ਦੁਨੀਆ ਭਰ ਦੇ ਗਰੀਬ ਮੰਗਤੇ ਭਿਖਾਰੀ ਨੂੰ ਦੁਨੀਆ ਦੇ ਤਖਤ ਤੇ ਬਿਠਾ ਦਿੰਦਾ, ਤੇ ਸਮਾਂ ਆਉਂਦਾ ਤਖਤਾਂ ਦੇ ਜਿਹੜੇ ਮਾਲਕ ਹੁੰਦੇ ਉਹਨਾਂ ਦੇ ਹੱਥ ਵਿੱਚ ਠੂਠਾ ਫੜਾ ਦਿੰਦਾ ਹੈ। ਦਰ ਦਰ ਤੇ ਮੰਗਣ ਵਾਸਤੇ ਮਜਬੂਰ ਕਰ ਦਿੰਦਾ। ਜੇ ਅੱਜ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਨੇ, ਸਤਿਗੁਰੂ ਕਹਿੰਦੇ ਸਮਾਂ ਦੂਰ ਨਹੀਂ ਜਿੱਦਣ ਸੁੱਖ ਤੁਹਾਡੀ ਝੋਲੀ ਵਿੱਚ ਆਉਣਗੇ। 1 ਸਾਲ ਦੀ ਉਡੀਕ ਕਰੋ, 1 ਸਾਲ ਦਾ ਵਕਤ ਤੁਸੀਂ ਕੱਟ ਲਓ, ਸਾਰੇ ਆਨੰਦ ਸੁੱਖ ਤੁਹਾਨੂੰ ਪਰਮਾਤਮਾ ਵਾਹਿਗੁਰੂ ਬਖਸ਼ਿਸ਼ ਕਰੇਗਾ। ਸਿੰਘ ਕਹਿਣ ਲੱਗੇ, ਮਹਾਰਾਜ 1 ਸਾਲ ਕੌਣ ਕਿਸ ਨੇ ਵੇਖਿਆ, 1 ਸਾਲ ਕਦੋਂ ਆਵੇਗਾ। ਸਤਿਗੁਰੂ ਕਹਿੰਦੇ ਜੇ ਇੰਨਾ ਸਮਾਂ ਰੋਕ ਨਹੀਂ ਸਕਦੇ, 6 ਮਹੀਨੇ ਦਾ ਵਕਤ ਕੱਟੋ। 6 ਮਹੀਨਿਆਂ ਵਾਸਤੇ ਵੀ ਹਾਂਭੀ ਨਾ ਭਰੀ ਸਿੱਖਾਂ ਸਿੰਘਾਂ ਨੇ। ਫਿਰ 3 ਮਹੀਨੇ ਦੇ ਬਚਨ ਕਹੇ ਸਤਿਗੁਰੂ ਨੇ, 1.5 ਮਹੀਨਾ 40 ਦਿਨ 1 ਮਹੀਨੇ ਦੇ ਬਚਨ ਕਹੇ। ਜਦੋਂ ਉਹਨਾਂ ਸਿੰਘਾਂ ਨੇ ਕਹਿ ਦਿੱਤਾ, ਮਹਾਰਾਜ
ਹੁਣ ਤੇ ਇੱਕ ਦਿਨ ਵੀ ਕੱਟਣਾ ਔਖਾ ਹੈ। ਫਿਰ ਕਿਹਾ ਸੀ ਜੀ ਨੇ ਜਾਣਾ ਤੇ ਚਲੇ ਜਾਓ, ਅਸੀਂ ਆਨੰਦਾਂ ਦੀ ਪੁਰੀ ਵਿੱਚ ਰਹਾਂਗੇ। ਜਿਹਨੇ ਜਾਣਾ ਤੇ ਕਾਗਜ਼ ਤੇ 2 ਸ਼ਬਦ ਲਿਖ ਕੇ ਦੇ ਜਾਵੇ। ਉੱਥੇ ਬਹੁਤਿਆਂ ਨੇ ਵਿਦਾਵੇ ਦੇ ਇਹ ਸ਼ਬਦ ਲਿਖੇ। ਸੋ ਲੰਬਾ ਇਤਿਹਾਸ ਹੈ। ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਆਨੰਦਾਂ ਦੀ ਪੁਰੀ ਵਿੱਚ ਟਿਕੇ ਨੇ। ਫਿਰ ਸਿੰਘਾਂ ਨੇ ਬੇਨਤੀ ਕੀਤੀ ਮਾਤਾ ਗੁਜਰ ਕੌਰ ਜੀ ਨੂੰ, ਮਾਤਾ ਜੀ ਤੁਸੀਂ ਸਾਡੀਆਂ ਸਿਫਾਰਿਸ਼ਾਂ ਕਰੋ ਸਾਹਿਬਜ਼ਾਦਿਆਂ ਕੋਲ, ਕਿ ਸਾਹਿਬਜ਼ਾਦਿਆਂ ਨੂੰ ਬੇਨਤੀ ਕਰੋ ਕਿ ਆਨੰਦਾਂ ਦੀ ਪੁਰੀ ਨੂੰ ਛੱਡ ਕੇ ਸਤਿਗੁਰੂ ਚਲੇ ਜਾਣ। ਕਿੰਨੇ ਗੁਰੂ ਦੇ ਪਿਆਰੇ ਸਿੰਘ ਢਿੱਡਾਂ ਤੋਂ ਭੁੱਖੇ ਨੇ, ਇਹ ਭੁੱਖ ਦੇ ਦੁੱਖ ਨਾਲ ਘੋਲ ਕਰਦੇ ਪਏ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਮਾਤਾ ਗੁਜਰ ਕੌਰ ਜੀ ਜਾ ਕੇ ਬੇਨਤੀਆਂ ਕਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਮਾਤਾ ਜੀ ਆਨੰਦਾਂ ਦੀ ਪੁਰੀ ਨੂੰ ਛੱਡ ਕਰਕੇ ਜੇ ਜਾਵਾਂਗੇ, ਜਿਹੜਾ ਜਾਨੀ ਤੇ ਮਾਲੀ ਨੁਕਸਾਨ ਹੋਣਾ ਉਹਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਇੱਥੇ ਸਾਰਾ ਪਰਿਵਾਰ ਇਕੱਠਾ ਬੈਠਾ, ਗੁਰੂ ਦੇ ਸਿੰਘ ਕਿਲਿਆਂ ਵਿੱਚ ਇਕੱਠੇ ਬੈਠੇ ਨੇ। ਜਦੋਂ ਆਨੰਦਾਂ ਦੀ ਪੁਰੀ ਤੋਂ ਇੱਕ ਵੀ ਕਦਮ ਬਾਹਰ ਪੁੱਟ ਲਿਆ, ਉਸੇ ਵੇਲੇ ਸਾਰਾ ਖਲਾਰਾ ਪੈ ਜਾਵੇਗਾ। ਜਦੋਂ ਸਤਿਗੁਰਾਂ ਨੇ ਜਵਾਬ ਦੇ ਦਿੱਤਾ ਤਾਂ ਉਸ ਵੇਲੇ ਫਿਰ ਸਿੰਘਾਂ ਨੇ ਕਿਹਾ, ਮਹਾਰਾਜ ਦੇਖੋ ਜਿਹੜੇ ਪਹਾੜੀ ਰਾਜੇ ਨੇ, ਇਹਨਾਂ ਨੇ ਆਟਿਆਂ ਦੀਆਂ ਗਊਆਂ ਬਣਾ ਕੇ ਥਾਲਾਂ ਵਿੱਚ ਰੱਖ ਕੇ ਤੁਹਾਡੇ ਅੱਗੇ ਕਸਮਾਂ ਚੁੱਕੀਆਂ ਨੇ। ਕਲਗੀਆਂ ਵਾਲੇ ਸਤਿਗੁਰੂ ਆਨੰਦਾਂ ਦੇ ਪੁਰੀ ਨੂੰ, ਕਿਲਿਆਂ ਨੂੰ ਖਾਲੀ ਕਰ ਦਿਓ, ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਵੇਗਾ। ਉਧਰੋਂ ਔਰੰਗਜ਼ੇਬ ਦੇ ਤੁਰਕਾਂ ਨੇ ਜਿਹੜੀਆਂ ਕੁਰਾਨ ਸ਼ਰੀਫ ਦੀਆਂ ਕਸਮਾਂ ਚੁੱਕੀਆਂ, ਉਹ ਕਹਿੰਦੇ ਸੀ ਆਨੰਦਾਂ ਦੀ ਪੁਰੀ ਇੱਕ ਵਾਰੀ ਛੱਡ ਕੇ ਚਲੇ ਜਾਓ, ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਣ ਦਿਆਂਗੇ। ਮਹਾਰਾਜ ਇਹਨਾਂ ਦੀਆਂ ਕਸਮਾਂ ਦੇ ਉੱਤੇ ਭਰੋਸਾ ਕਰਨਾ ਚਾਹੀਦਾ। ਸਤਿਗੁਰੂ ਪਾਤਸ਼ਾਹ ਹੱਸ ਕੇ ਕਹਿੰਦੇ ਨੇ ਸਿੰਘਾਂ ਨੂੰ, ਜੇਕਰ ਕਿਤੇ ਆਪਣੀ ਬਾਂਹ ਨੂੰ ਕੋਈ ਤੇਲ ਲਾ ਕੇ ਤਿਲਾਂ ਦੇ ਵਿੱਚ ਭਿਉਂ ਲਵੇ, ਜਿੰਨੇ ਤਿਲ ਬਾਂਹ ਨੂੰ ਲੱਗ ਜਾਣ ਤੇ ਇੰਨੀਆਂ ਵੀ ਪਹਾੜੀ ਰਾਜੇ ਇਹ ਕਸਮਾਂ ਖਾਣ ਤਾਂ ਵੀ ਇਹਨਾਂ ਤੇ ਇਤਵਾਰ ਨਾ ਕਰੋ। ਇਹ ਕੱਚੇ ਨੇ, ਇਹਨਾਂ ਦੇ ਅੰਦਰ ਭਰੋਸੇ ਜਿਹੜੇ ਪਰਮਾਤਮਾ ਵਾਹਿਗੁਰੂ ਦੇ ਉੱਤੇ ਅਡੋਲ ਨਹੀਂ ਹਨ। ਇਹ ਮੁੱਕਰ ਜਾਣ ਵਾਲੇ ਨੇ। ਪਹਿਲਾਂ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਜ਼ਮੀਨ ਖਰੀਦੀ ਸੀ ਅਨੰਦਪੁਰ ਸਾਹਿਬ ਦੀ, ਜਦੋਂ ਬਿਲਕੁਲ ਉਹ ਕਾਗਜ਼ ਲਿਖਾਉਣ ਵਾਸਤੇ ਸਤਿਗੁਰੂ ਪਾਤਸ਼ਾਹ ਤਿਆਰ ਹੋਏ, ਪਹਾੜੀਏ ਮੁੱਕਰ ਗਏ ਸਨ। ਜ਼ਿਆਦਾ ਕੀਮਤ ਚਾਹੀਦੀ ਹੈ, ਸਤਿਗੁਰੂ ਨੇ ਫਿਰ ਜ਼ਿਆਦਾ ਕੀਮਤ ਦੇ ਕੇ ਜਦੋਂ ਫਿਰ ਇਹਨਾਂ ਨਾਲ ਸੌਦਾ ਕੀਤਾ, ਮੌਕੇ ਤੇ ਆ ਕੇ ਫਿਰ ਮੁੱਕਰ ਗਏ। ਤੀਜੀ ਵਾਰੀ ਜਦੋਂ ਸੌਦਾ ਹੋਇਆ, ਫਿਰ ਇਹਨਾਂ ਨੂੰ ਸਤਿਗੁਰੂ ਜੀ ਨੇ ਤਾਂਬੇ ਦੇ ਪੱਤਰਿਆਂ ਤੇ ਪਟੇ ਲਿਖਾਏ ਸੀ। ਉਹ ਬਚਨ ਯਾਦ ਕਰਕੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹ ਕੱਚੇ ਨੇ, ਇਹ ਐਸੀਆਂ ਕਸਮਾਂ ਦੇ ਉੱਤੇ ਵਿਸ਼ਵਾਸ ਨਹੀਂ ਰੱਖਣ ਵਾਲੇ, ਸਾਨੂੰ ਭਰੋਸਾ ਨਹੀਂ ਇਹਨਾਂ ਦੇ ਬਚਨਾਂ ਤੇ। ਖਾਲਸੇ ਪੰਥ ਨੇ ਮਾਤਾ ਗੁਜਰ ਕੌਰ ਜੀ ਨੇ ਜਦੋਂ ਵਾਸਤੇ ਪਾਏ ਤਾਂ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਹੜਾ ਜਾਨੀ ਮਾਲੀ ਨੁਕਸਾਨ ਹੋਣਾ ਉਹਦਾ ਅੰਦਾਜ਼ਾ ਤੁਸੀਂ ਨਹੀਂ ਲਾ ਸਕੋਗੇ। ਮਹਾਰਾਜ ਕੋਈ ਵੀ ਕੁਝ ਨਾ ਕਿਸ ਤਰ੍ਹਾਂ ਦਾ ਕਿਉਂ ਨਾ ਕੁਝ ਹੋ ਜਾਵੇ, ਆਨੰਦਾਂ ਦੀ ਪੁਰੀ ਖਾਲੀ ਕਰ ਦਿਓ। ਅੱਧੀ ਰਾਤ ਦਾ ਵਕਤ 6 ਪੋਹ ਦੀ ਰਾਤ 7 ਪੋਹ ਦਾ ਤੜਕਾ ਬਣਦਾ ਹੈ। ਅੱਧੀ ਰਾਤ ਨੂੰ ਸਤਿਗੁਰੂ ਪਾਤਸ਼ਾਹ ਨੇ ਐਲਾਨ ਕਰ ਦਿੱਤਾ ਕਿ ਖਾਲਸਾ ਜੀ ਆਪਣੇ ਘੋੜਿਆਂ ਤੇ ਕਾਠੀਆਂ ਪਾਓ, ਤਿਆਰ ਬਰ ਤਿਆਰ ਹੋ ਜਾਓ, ਸਾਜੋ ਸਮਾਨ ਜਿੰਨੇ ਬਸਤਰ ਸ਼ਾਸਤਰ ਸੰਭਾਲਣੇ ਕਰੋ, ਸਮਾਨ ਗੱਡਿਆਂ ਤੇ ਲੱਦਣਾ ਕਰੋ, ਆਨੰਦਾਂ ਦੀ ਪੁਰੀ ਨੂੰ ਖਾਲੀ ਕਰਕੇ ਤੁਰਨਾ ਹੈ। 5 ਸਿੰਘਾਂ ਨੂੰ ਆਪ ਸਤਿਗੁਰਾਂ ਨੇ ਨਾਲ ਲਿਆ। ਗੁਰਦੁਆਰਾ ਸੀਸਗੰਜ ਸਾਹਿਬ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਸਥਾਨ ਤੇ ਗਏ। ਸਤਿਗੁਰੂ ਦੇ ਚਰਨਾਂ ਦਾ ਧਿਆਨ ਰੱਖ ਕੇ ਅਰਦਾਸ ਬੇਨਤੀ ਕੀਤੀ। ਇੱਕ ਉਦਾਸੀ ਮਤ ਦੇ ਸਾਧੂ ਮਹਾਂਪੁਰਖ ਨੂੰ ਸਤਿਗੁਰਾਂ ਨੇ ਉਸ ਸਥਾਨ ਦੀ ਸੇਵਾ ਸੰਭਾਲ ਵਾਸਤੇ ਨਿਯੁਕਤ ਕਰ ਦਿੱਤਾ। ਇੱਥੇ ਧੂਫਵਤੀ ਕਰਨੀ ਹੈ, ਪਿਤਾ ਜੀ ਦੇ ਸਥਾਨ ਦੀ ਸੰਭਾਲ ਤੁਸੀਂ ਕਰਨੀ, ਗੁਰੂ ਤੇਗ ਬਹਾਦਰ ਸਾਹਿਬ ਤੁਹਾਡਾ ਭਲਾ ਕਰਨਗੇ। ਆਪ ਸਤਿਗੁਰੂ ਪਾਤਸ਼ਾਹ ਫਿਰ ਆਨੰਦਗੜ੍ਹ ਕਿਲੇ ਵਿੱਚ ਆਏ ਨੇ। ਇੱਥੋਂ ਸਤਿਗੁਰਾਂ ਜਦੋਂ ਐਲਾਨ ਕੀਤਾ ਕਿ ਕਿਲੇ ਦੇ ਦਰਵਾਜ਼ੇ ਖੋਲ੍ਹ ਕਰਕੇ ਸੈਨਾ ਬਾਹਰ ਨਿਕਲੇ,
ਸਭ ਤੋਂ ਪਹਿਲਾਂ ਉਹਨਾਂ ਗੱਡਿਆਂ ਨੂੰ ਅੱਗੇ ਕਰੋ ਜਿਨ੍ਹਾਂ ਦੇ ਵਿੱਚ ਖਾਲਸੇ ਦੇ ਟੁੱਟੇ ਹੋਏ ਜੋੜੇ ਲੱਦੇ ਨੇ। ਜਿਨ੍ਹਾਂ ਗੱਡਿਆਂ ਵਿੱਚ ਖਾਲਸੇ ਦੇ ਫਟੇ ਪੁਰਾਣੇ ਬਸਤਰ ਲੱਦੇ ਹੋਏ ਨੇ, ਉੱਪਰ ਮਖਮਲੀ ਐਸੀ ਦੁਸ਼ਾਲੇ ਪਾ ਕੇ ਢੱਕ ਦਿਓ ਤੇ ਪਤਾ ਲੱਗੇਗਾ ਵੀ ਇਹ ਕਿੰਨੇ ਕੁ ਜਿਹੜੇ ਕਸਮਾਂ ਤੇ ਵਿਸ਼ਵਾਸ ਕਰਨ ਵਾਲੇ ਪਹਾੜੀਏ ਹਨ। ਜਦੋਂ ਸਾਧ ਸੰਗਤ ਕਿਲੇ ਦੇ ਵਿੱਚੋਂ ਇਹ ਗੱਡੇ ਬਾਹਰ ਨਿਕਲੇ ਨੇ, ਉਸੇ ਵੇਲੇ ਕਸਮਾਂ ਭੁੱਲ ਗਏ। ਅੱਲਾਹੂ ਅਕਬਰ ਹੂੰ ਦੇ ਨਾਅਰੇ ਲਾ ਕਰਕੇ ਤੁਰਕਾਂ ਦੀ ਪਹਾੜੀਆਂ ਦੀ ਸੈਨਾ ਖਾਲਸੇ ਦੇ ਉੱਤੇ ਹੱਲਾ ਬੋਲ ਕੇ ਟੁੱਟ ਕੇ ਪੈ ਗਈ। ਉੱਥੋਂ ਹੀ ਸ਼ਹੀਦੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਸਨ। ਕਿੰਨੇ ਗੁਰੂ ਦੇ ਪਿਆਰੇ ਮੈਦਾਨੇ ਜੰਗ ਦੇ ਵਿੱਚ ਉਹ ਕਿਹੋ ਜਿਹਾ ਸਮਾਂ ਹੋਵੇਗਾ। ਅੱਧੀ ਰਾਤ ਦਾ ਵਕਤ, ਬਿਜਲੀ ਲਸ਼ਕਦੀ ਹੈ, ਥੱਕਾ ਵਗਦਾ ਹੈ, ਬਾਰਿਸ਼ ਵਰ ਰਹੀ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਆਪਣਾ ਪਰਿਵਾਰ ਲੈ ਕੇ ਕਿਲੇ ਤੋਂ ਬਾਹਰ ਆ ਰਹੇ ਨੇ। ਸਾਰਾ ਦਿਨ ਉਹ ਜਿਹੜਾ ਜੰਗ ਹੁੰਦਾ ਆਇਆ ਸਰਸਾ ਦੇ ਤੱਕ। ਰਸਤੇ ਦੇ ਵਿੱਚ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ, ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦਿਆਂ ਨੂੰ ਦੁਸ਼ਮਣਾਂ ਨੇ ਘੇਰੇਬੰਦੀ ਵਿੱਚ ਲੈ ਲਿਆ। ਜਦੋਂ ਕਲਗੀਆਂ ਵਾਲੇ ਸਤਿਗੁਰੂ ਮਗਰ ਮੁੜ ਕੇ ਵੇਖਦੇ ਨੇ, ਬਾਬਾ ਜੁਝਾਰ ਸਿੰਘ ਜੀ ਨਾਲ ਨੇ, ਬਾਬਾ ਅਜੀਤ ਸਿੰਘ ਨਜ਼ਰ ਹੀ ਨਹੀਂ ਪੈਂਦੇ। ਸਤਿਗੁਰੂ ਪੁੱਛਦੇ ਨੇ ਸਿੰਘਾਂ ਨੂੰ, ਅਜੀਤ ਸਿੰਘ ਨਜ਼ਰ ਨਹੀਂ ਪੈਂਦਾ, ਕਿੱਥੇ ਹੈ? ਤਾਂ ਸਿੰਘ ਕਹਿਣ ਲੱਗੇ, ਮਹਾਰਾਜ ਦੁਸ਼ਮਣਾਂ ਨਾਲ ਮੁਕਾਬਲਾ ਕਰਦੇ ਨੇ, ਦੁਸ਼ਮਣਾਂ ਨੇ ਘੇਰੇਬੰਦੀ ਵਿੱਚ ਲੈ ਲਿਆ। ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਖਾਲਸਾ ਜੀ, ਅਜੀਤ ਸਿੰਘ ਜੀ ਦਾ ਇਹ ਸਥਾਨ ਨਹੀਂ ਹੈ। ਭਾਵ ਕਿ ਚਮਕੌਰ ਦੀ ਗੜੀ ਵਿੱਚ ਜਾ ਕਰਕੇ ਉਹਨਾਂ ਨੇ ਜੂਝਣਾ ਹੈ। ਘੇਰੇ ਵਿੱਚੋਂ ਛੁਡਾ ਕੇ ਲਿਆਓ। ਭਾਈ ਉਦੈ ਸਿੰਘ ਗਏ ਸਤਿਗੁਰੂ ਦਾ ਥਾਪੜਾ ਲੈ ਕੇ, ਬਾਬਾ ਜੀਵਨ ਸਿੰਘ ਜੀ ਗਏ ਗੁਰੂ ਕਲਗੀਧਰ ਦੇ ਬਚਨ ਮੰਨ ਕੇ। ਉੱਥੇ ਜਾ ਕੇ ਘੋੜੇ ਦੀਆਂ ਰਕਾਬਾਂ ਵਿੱਚ ਖੜੇ ਹੋ ਕੇ ਉਹਦੀਆਂ ਲਗਾਮਾਂ ਆਪਣੇ ਮੁਖ ਵਿੱਚ ਪਾ ਕੇ ਦੋਹਾਂ ਹੱਥਾਂ ਨਾਲ ਭਰਮਾਂ ਜਗ ਐਸਾ ਕੀਤਾ ਕਿ ਬਾਬਾ ਅਜੀਤ ਸਿੰਘ ਜੀ ਨੂੰ ਘੇਰਾਬੰਦੀ ਵਿੱਚੋਂ ਛੁਡਾ ਕੇ ਲੈ ਕੇ ਆਏ। ਸਰਸਾ ਦੇ ਕਿਨਾਰੇ ਤੱਕ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਪਰਿਵਾਰ, ਗੁਰਸਿੱਖਾਂ ਦਾ ਕਾਫਲਾ ਇਕੱਠਾ ਤੁਰਿਆ ਆ ਰਿਹਾ ਹੈ। ਇੱਥੇ ਆ ਕੇ ਸ਼ਾਮਾਂ ਪੈਂਦੀਆਂ, ਰਾਤਰੀ ਪੈਂਦੀ ਹੈ। ਉਸ ਰਾਤ ਦੇ ਅੰਦਰ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਦਾ ਪਰਿਵਾਰ 3 ਹਿੱਸਿਆਂ ਦੇ ਵਿੱਚ ਖੇਰੂ ਹੋ ਜਾਂਦਾ। ਇੱਕ ਪਾਸੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ, 40 ਗਿਣਤੀ ਦੇ ਸਿੰਘ, 42 ਸਰੀਰ ਤੇ 43ਵਾਂ ਸਰੀਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਆਪਣਾ ਹੈ। ਇਹ ਕਾਫਲਾ ਜਿਹੜਾ ਹੈ ਸਾਧ ਸੰਗਤ ਇਸ ਪਾਵਨ ਸਥਾਨ ਤੇ ਕੋਟਲਾ ਨਿਹੰਗ ਖਾਂ ਤੋਂ ਹੁੰਦਾ, ਭੱਠਾ ਸਾਹਿਬ ਤੋਂ ਸਿੱਧਾ ਚਮਕੌਰ ਦੀ ਗੜੀ ਨੂੰ ਜਾਂਦਾ ਹੈ। ਜਿਹੜੀ ਬੁੱਧੀ ਚੰਦ ਜ਼ਿਮੀਂਦਾਰ ਦੀ ਇਹ ਬਣੀ ਹੋਈ ਹਵੇਲੀ ਸੀ, ਉਸ ਦੇ ਅੰਦਰ ਜਦੋਂ ਸਤਿਗੁਰੂ ਪਾਤਸ਼ਾਹ ਪ੍ਰਵੇਸ਼ ਕਰਨ ਲੱਗਦੇ ਨੇ, ਉਸ ਦੀਆਂ ਕੰਧਾਂ ਆਲੇ ਦੁਆਲੇ ਘੁੰਮ ਕੇ ਵੇਖਦੇ ਨੇ। ਕੱਚੀ ਗੜੀ ਹੈ ਚਮਕੌਰ ਦੀ। ਸਤਿਗੁਰੂ ਜੀ ਜਦੋਂ ਗੜੀ ਦੇ ਅੰਦਰ ਪ੍ਰਵੇਸ਼ ਕੀਤੇ, ਉਹਦੀਆਂ ਕੰਧਾਂ ਵਿੱਚ ਆਪਣੇ ਹੱਥਾਂ ਦੀਆਂ ਮੁੱਕੀਆਂ ਮਾਰ ਕੇ ਵੇਖਦੇ ਨੇ। ਕਦੇ ਤਲਵਾਰ ਸ੍ਰੀ ਸਾਹਿਬ ਦੇ ਮੁੱਠੀਆਂ ਨਾਲ ਕੰਧਾਂ ਨੂੰ ਟੋਂਦੇ ਨੇ। ਕਲਗੀਆਂ ਵਾਲੇ ਸਤਿਗੁਰੂ ਕਦੇ ਗੜੀ ਦੇ ਉੱਪਰ ਜਾਂਦੇ, ਛੱਤ ਵਿੱਚ ਚਰਨਾਂ ਦੀਆਂ ਅੱਡੀਆਂ ਮਾਰ ਕੇ ਉਹਨੂੰ ਟੈਸਟ ਕਰਦੇ ਨੇ। ਭਾਈ ਦਇਆ ਸਿੰਘ ਜੀ ਕਹਿੰਦੇ, ਸਤਿਗੁਰੂ ਜੀ, ਇਹ ਕੱਚੀ ਜਿਹੜੀ ਗੜੀ ਚਮਕੌਰ ਦੀ ਤੁਹਾਨੂੰ ਆਨੰਦਪੁਰ ਦੇ ਕਿਲਿਆਂ ਨਾਲੋਂ ਜ਼ਿਆਦਾ ਚੰਗੀ ਲੱਗਦੀ ਹੈ। ਸਤਿਗੁਰੂ ਹੱਸ ਕੇ ਕਹਿੰਦੇ ਨੇ, ਭਾਈ ਦਇਆ ਸਿੰਘ ਜੀ, ਜਿਹੜਾ ਪਟਨਾ ਸਾਹਿਬ ਸੀ ਇਹ ਸਿੱਖੀ ਦਾ ਪੰਘੂੜਾ ਸੀ। ਪੰਘੂੜੇ ਦੇ ਵਿੱਚ ਬੱਚਾ ਬੈਠਣਾ, ਰਿੜਨਾ ਤੇ ਤੁਰਨਾ ਸਿੱਖਦਾ। ਬਾਲਕ ਅਵਸਥਾ ਦੇ ਚੋਜ ਪਟਨੇ ਸਾਹਿਬ ਦੇ ਪੰਘੂੜੇ ਵਿੱਚ ਕੀਤੇ ਨੇ। ਜਿਹੜਾ ਆਨੰਦਪੁਰ ਸਾਹਿਬ ਸੀ ਉਹ ਖਾਲਸੇ ਦਾ ਸਕੂਲ ਸੀ। ਬੱਚਾ ਜਦੋਂ ਤੁਰਨ ਲੱਗ ਜਾਂਦਾ, ਮਾਤਾ ਪਿਤਾ ਸਕੂਲ ਵਿੱਚ ਉਹਨੂੰ ਸਿੱਖਣ ਵਾਸਤੇ ਭੇਜਦੇ ਨੇ। ਇੰਨੀਆਂ ਜੰਗਾਂ ਕੀਤੀਆਂ, ਆਨੰਦਪੁਰ ਸਾਹਿਬ ਦੇ ਅੰਦਰ ਸੈਨਾ ਦੀ ਤਿਆਰੀ ਕੀਤੀ, ਖਾਲਸਾ ਪੰਥ ਸਾਜਿਆ, ਇੱਥੇ ਪੜ੍ਹਾਈਆਂ ਕੀਤੀਆਂ ਮੇਰੇ ਖਾਲਸੇ ਨੇ ਆਨੰਦਪੁਰ ਦੇ ਵਿੱਚ। ਤੇ ਜਿਹੜੀ ਇਹ ਚਮਕੌਰ ਦੀ ਕੱਚੀ ਗੜੀ ਹੈ, ਇਹ ਖਾਲਸੇ ਦੀ ਯੂਨੀਵਰਸਿਟੀ ਹੋਵੇਗੀ, ਜਿੱਥੋਂ ਡਿਗਰੀਆਂ ਮਿਲਦੀਆਂ, ਉਹਦੇ ਮੁਰਾਤਬੇ ਹਾਸਲ ਹੁੰਦੇ ਨੇ ਜੀਵ ਨੂੰ।
ਇੱਥੇ ਮੇਰਾ ਅਜੀਤ ਸਿੰਘ ਜੂਝੇਗਾ, ਇੱਥੇ ਮੇਰਾ ਜੁਝਾਰ ਸਿੰਘ ਜੂਝੇਗਾ, ਇੱਥੇ 5 ਪਿਆਰਿਆਂ ਵਿੱਚੋਂ 3 ਪਿਆਰੇ ਆਪਾ ਕੁਰਬਾਨ ਕਰਨਗੇ, ਇੱਥੇ ਮਰ ਜੀਵੜੇ ਗੁਰਸਿੱਖ ਜਿਹੜੇ 1.25 ਲੱਖ ਦਾ ਮੁਕਾਬਲਾ ਕਰਨਗੇ। ਇਹ ਬਚਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਦੋਂ ਕੀਤੇ ਨੇ ਤੇ ਆਪ ਸਤਿਗੁਰੂ ਪਾਤਸ਼ਾਹ ਉਸ ਗੜ੍ਹੀ ਅੰਦਰ ਪ੍ਰਵੇਸ਼ ਕੀਤੇ। ਸਿੰਘਾਂ ਦੇ ਜੱਥੇ ਬਣਾ ਲਏ, 40 ਸਿੰਘਾਂ ਦੇ। ਦਰਵਾਜ਼ਿਆਂ ਦੇ ਉੱਤੇ 5-5 ਸਿੰਘਾਂ ਦੀਆਂ ਡਿਊਟੀਆਂ ਲਾ ਕੇ ਬਿਠਾ ਦਿੱਤੇ। ਕੋਈ ਦੁਸ਼ਮਣ ਅੰਦਰ ਦਾਖਲ ਨਹੀਂ ਹੋਣਾ ਚਾਹੀਦਾ, ਗੜ੍ਹੀ ਦੇ ਨੇੜੇ ਦੁਸ਼ਮਣ ਆਉਣਾ ਨਹੀਂ ਚਾਹੀਦਾ। ਆਪ ਸਤਿਗੁਰੂ ਉਸ ਚਮਕੌਰ ਦੀ ਕੱਚੀ ਗੜ੍ਹੀ ਦੇ ਉੱਪਰ ਬੈਠੇ ਨੇ ਅਟਾਰੀ ਵਿੱਚ, ਤੇ ਆਪਣੇ ਭੱਥੇ ਵਿੱਚੋਂ ਤੀਰ ਕੱਢ ਕੇ ਸਤਿਗੁਰਾਂ ਨੇ ਹੇਠਾਂ ਭੁੰਜੇ ਢੇਰੀ ਲਾ ਲਈ। ਉਹਦਾ ਕਾਰਨ ਕੀ ਸੀ? ਭੱਥੇ ਵਿੱਚੋਂ ਤੀਰ ਖਿੱਚਾਂਗੇ ਸਮਾਂ ਲੱਗੇਗਾ, ਤੇ ਜਦੋਂ ਤੀਰ ਸਾਹਮਣੇ ਪਏ ਹੋਣਗੇ ਚੁੱਕ ਚੁੱਕ ਕੇ ਕਮਾਨ ਦੀ ਤੰਦੀ ਤੇ ਰੱਖ ਕੇ ਜਦੋਂ ਛੱਡਾਂਗੇ ਉਹਦੇ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਣਾ। ਮੋਰਚਾ ਬੰਦੀਆਂ ਕੀਤੀਆਂ ਖਾਲਸੇ ਨੇ। ਜਦੋਂ ਰਾਤਰੀ ਦਾ ਵਕਤ ਹੋਇਆ, 9 ਲੱਖ ਦੀ ਸੈਨਾ ਉਹ ਸੀ ਜਿਹੜੀ ਪਹਾੜੀ ਰਾਜਿਆਂ ਦੀ, ਲਾਹੌਰ ਵਾਲੇ ਸੂਬੇ ਦੀ, ਸਰਹੰਦ ਵਾਲੇ ਵਜੀਦ ਖਾਂ ਸੂਬੇ ਦੀ ਆਨੰਦਪੁਰ ਤੋਂ ਪਿੱਛਾ ਕਰਦੀ ਆ ਰਹੀ ਸੀ। ਇਹ ਪੈੜਾਂ ਦਬੋਚ ਕਰਕੇ ਘੋੜਿਆਂ ਦੀਆਂ ਚਮਕੌਰ ਦੀ ਗੜ੍ਹੀ ਨੂੰ ਘੇਰਾ ਪਾ ਲਿਆ, ਤੇ 10 ਲੱਖ ਦੀ ਸੈਨਾ ਉਸ ਵੇਲੇ ਔਰੰਗਜ਼ੇਬ ਨੇ ਦਿੱਲੀ ਤੋਂ ਭੇਜੀ ਸੀ ਮਦਦ ਕਰਨ ਵਾਸਤੇ। ਸਾਰੀ 19 ਲੱਖ ਦੀ ਸੈਨਾ ਬਣ ਜਾਂਦੀ ਚਮਕੌਰ ਦੀ ਗੜ੍ਹੀ ਦੇ ਦੁਆਲੇ। ਜਦੋਂ ਇਹਨਾਂ ਨੇ ਆ ਕਰਕੇ ਨਾਅਰੇ ਲਾਉਣੇ ਅੱਲਾਹੂ ਅਕਬਰ ਹੁੰਦੇ ਸ਼ੁਰੂ ਕੀਤੇ ਨੇ, ਤਾਂ ਸਿੰਘਾਂ ਨੇ ਕਿਹਾ ਮਹਾਰਾਜ ਜਾਪਦਾ ਹੈ ਅੱਧੀ ਰਾਤ ਦਾ ਵਕਤ ਹੈ, ਬੜੀ ਭਾਰੀ ਸੈਨਾ ਨੇ ਆ ਕੇ ਘੇਰਾ ਪਾ ਲਿਆ। ਸਤਿਗੁਰੂ ਆਪ ਗੜ੍ਹੀ ਦੇ ਉੱਪਰ ਚੜ੍ਹ ਕਰਕੇ ਵੇਖਦੇ ਨੇ। ਸਿੰਘ ਜਦੋਂ ਨਜ਼ਰੀ ਪਾ ਕਰਕੇ ਦੇਖਦੇ ਸੈਨਾ ਨੂੰ, ਤਾਂ ਇੰਜ ਲੱਗਦਾ ਵੀ ਸਿਰਾਂ ਤੇ ਟੋਪ ਹੀ ਟੋਪ ਲੋਹੇ ਦੇ ਚਮਕਦੇ ਨੇ। ਇੰਨੀ ਸੰਘਣੀ ਸੈਨਾ ਜਿਹੜੀ ਇਕੱਠੀ ਹੋਈ, ਜੇ ਕਿਤੇ ਤਿਲਾਂ ਦੀ ਮੁੱਠੀ ਵੀ ਧਰਤੀ ਤੇ ਸੁੱਟਣ, ਧਰਤੀ ਤੇ ਨਹੀਂ ਡਿੱਗੇਗੀ। ਇੱਕ ਵਾਰੀ ਤੇ ਸਿੰਘਾਂ ਦੇ ਅੰਦਰੋਂ ਜਿਹੜੇ ਹੌਸਲੇ ਸਨ ਹਿੱਲ ਗਏ, ਕਿਉਂਕਿ 6-6 ਮਹੀਨਿਆਂ ਦੇ ਢਿੱਡੋਂ ਭੁੱਖੇ ਹਨ। ਸਰੀਰ ਠੁਰ ਠੁਰ ਕਰਕੇ ਕੰਬਦੇ ਨੇ, ਕਾਂਬੇ ਨਾਲ ਸਰੀਰਾਂ ਤੇ ਫੱਟ ਲੱਗੇ ਨੇ, ਜ਼ਖਮ ਲੱਗੇ ਹੋਏ, ਖੂਨ ਨਿਚੜਦਾ ਹੈ। ਉਹਨਾਂ ਸਿੰਘਾਂ ਨੇ ਕਿਹਾ ਮਹਾਰਾਜ ਇਹ ਜਿਹੜੀ ਇੰਨੀ ਸੈਨਾ ਦਾ ਮੁਕਾਬਲਾ ਕਿਵੇਂ ਹੋਵੇਗਾ? ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਕਹਿੰਦੇ ਖਾਲਸਾ ਜੀ, ਜਿਸ ਅਕਾਲ ਪੁਰਖ ਪਰਮਾਤਮਾ ਨੇ ਭੇਜਿਆ ਹੈ, ਉਸ ਪਰਮਾਤਮਾ ਤੇ ਸਾਨੂੰ ਦ੍ਰਿੜ ਭਰੋਸਾ ਹੈ। ਪਰਮਾਤਮਾ ਸਾਡੇ ਅੰਗ ਸੰਗ ਹੈ, ਪਰਮਾਤਮਾ ਹੀ ਭਲੀ ਕਰੇਗਾ। ਆਪਣੀ ਤੰਦੀ ਦੇ ਉੱਤੇ ਕਮਾਨ ਤੇ ਸਤਿਗੁਰਾਂ ਨੇ ਤੀਰ ਚਾੜਿਆ। ਕੰਨ ਦੇ ਤੱਕ ਜਦੋਂ ਤੰਦੀ ਖਿੱਚ ਕਰਕੇ ਛੱਡਿਆ ਤੀਰ ਸੱਜੇ ਪਾਸੇ ਨੂੰ, 10,000 ਦੁਸ਼ਮਣ ਦੇ ਵਿੱਚ ਹੀ ਤੀਰ ਪਾਰ ਕੀਤਾ ਗੁਰੂ ਕਲਗੀਧਰ ਪਾਤਸ਼ਾਹ ਦਾ। ਸੰਜੋਆਂ ਨੂੰ ਪਾੜਦਾ ਹੋਇਆ ਤੀਰ ਜਦੋਂ 10,000 ਸੂਰਮਾ ਧਰਤੀ ਤੇ ਡਿੱਗ ਪਿਆ, ਤੇ ਖੱਬੇ ਪਾਸੇ ਨੂੰ ਤੀਰ ਮਾਰਿਆ, 10,000 ਉਧਰ ਸਦਾ ਦੀ ਨੀਂਦ ਸੁਆ ਦਿੱਤਾ। 4 ਤੀਰ ਚਾਰੇ ਪਾਸੇ ਨੂੰ ਛੱਡੇ ਨੇ, ਤੇ ਖਾਲਸੇ ਦੇ ਹੌਸਲੇ ਬੁਲੰਦ ਹੋ ਗਏ। ਕਹਿਣ ਲੱਗੇ ਮਹਾਰਾਜ ਤੇ ਇਹ ਤਾਂ ਬੜਾ ਸੌਖਾ ਕੰਮ ਹੈ, 10-15 ਤੀਰ ਮਾਰ ਦਿਓ, ਸਾਰੀ ਦੀ ਸਾਰੀ ਸੈਨਾ ਖਤਮ ਹੋ ਜਾਵੇਗੀ। ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਪਿਆਰੇ ਸਿੰਘਾਂ ਨੂੰ ਕੋਲ ਬਿਠਾ ਕੇ ਕਹਿੰਦੇ ਨੇ, ਸਿੰਘੋ ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ, ਜਿਸ ਜੀਵ ਦੀ, ਜਿਸ ਪ੍ਰਾਣੀ, ਜਿਸ ਮਨੁੱਖ ਦੀ ਮੌਤ ਗੁਰੂ ਸਾਹਿਬ ਦੇ ਕਿਸੇ ਆਸਤਰ ਜਾਂ ਸ਼ਾਸਤਰ ਹੱਥਾਂ ਦੇ ਨਾਲ ਹੋ ਜਾਵੇ, ਉਹ ਮਰ ਕਰਕੇ ਟੇਢੀ ਜੂਨੀ ਵਿੱਚ ਨਹੀਂ ਜਾਵੇਗਾ। ਗੁਰੂ ਦੇ ਹੱਥਾਂ ਨਾਲ, ਤਲਵਾਰ ਨਾਲ ਵੱਢਿਆ ਜਾਵੇ, ਗੁਰੂ ਦੇ ਤੀਰ ਨਾਲ, ਗੁਰੂ ਦੀ ਗੋਲੀ ਨਾਲ ਜਿਹਦਾ ਅੰਤ ਹੋ ਜਾਵੇ, ਟੇਢੀਆਂ ਜੂਨਾਂ ਵਿੱਚ ਜਾਣੋਂ ਬਚ ਜਾਂਦਾ। ਜਿੰਨੇ ਮਰ ਗਏ ਨੇ ਤੀਰਾਂ ਦੇ ਨਾਲੇ ਟੇਢੀਆਂ ਜੂਨਾਂ ਵਿੱਚ ਨਹੀਂ ਜਾਣਗੇ। ਮਹਾਰਾਜ ਫਿਰ ਕੀ ਬਣੇਗਾ ਇਹਨਾਂ ਦਾ? ਸਤਿਗੁਰੂ ਕਹਿੰਦੇ ਆਉਣ ਵਾਲੇ ਸਮੇਂ ਅੰਦਰ ਗੁਰਸਿੱਖੋ ਤੁਹਾਡੇ ਘਰਾਂ ਵਿੱਚ ਹੀ ਜਨਮ ਇਹਨਾਂ ਨੇ ਲੈਣੇ ਨੇ, ਤੇ ਇਹਨਾਂ ਦੇ ਕਰਮ ਹੋਣਗੇ ਤੁਰਕਾਂ ਵਾਲੇ। ਦਾੜੀ ਰੱਖਣ ਦੀ ਕੀ ਲੋੜ ਹੈ? ਦਾੜੀ ਨੂੰ ਕਿਹੜਾ ਬੇਰ ਲੱਗਣੇ, ਇਹ ਕਿਆ ਕਰਨਗੇ?
ਅੰਮ੍ਰਿਤ ਛਕਣ ਦੀ ਕੀ ਲੋੜ, ਮਨ ਸਾਫ਼ ਹੋਣਾ ਚਾਹੀਦਾ। ਇਹ ਕਿਹਾ ਕਰਨਗੇ, ਇੰਨੇ ਨਹੀਂ ਤੁਹਾਡੇ ਕੋਲੋਂ ਸੰਭਾਲੇ ਜਾਣੇ। ਸਤਿਗੁਰੂ ਪਾਤਸ਼ਾਹ ਪਿਆਰ ਵਿੱਚ ਭੇਜੇ ਹੋਏ ਸਿੰਘਾਂ ਨੂੰ ਬਚਨ ਸੁਣਾਉਂਦੇ ਨੇ ਤੇ ਇੰਨੇ ਸਮੇਂ ਨੂੰ ਜਿਹੜੀਆਂ ਫੌਜਾਂ ਦਾ ਹੱਲਾ ਕੱਚੀ ਗੜੀ ਦੇ ਉੱਤੇ ਹੁੰਦਾ ਹੈ। ਫਿਰ 5-5 ਦਾ ਜੱਥਾ ਸਤਿਗੁਰੂ ਪਾਤਸ਼ਾਹ ਮਹਾਰਾਜ ਅੰਦਰੋਂ ਗੜੀ ਦੇ ਵਿੱਚੋਂ ਭੇਜਦੇ ਨੇ। ਟਿਕੇ ਹੋਏ ਮੈਦਾਨੇ ਜੰਗ ਨੂੰ ਇਉਂ ਹਿਲਾ ਕੇ ਸਿੰਘ ਰੱਖ ਦਿੰਦੇ ਜਿਵੇਂ ਟਿਕੇ ਹੋਏ ਸਮੁੰਦਰ ਵਿੱਚ ਬਹੁਤ ਵੱਡਾ ਕੋਈ ਮਗਰਮੱਛ ਆ ਕੇ ਪ੍ਰਵੇਸ਼ ਕਰ ਜਾਵੇ। 5-5 ਦੇ ਜੱਥੇ ਭੇਜੇ। ਜਦੋਂ ਸਿੰਘਾਂ ਦੀਆਂ ਸ਼ਹਾਦਤਾਂ ਹੁੰਦੀਆਂ, ਕਲਗੀਆਂ ਵਾਲੇ ਸਤਿਗੁਰੂ ਜਕਾਰਾ ਛੱਡਦੇ ਕੱਲੇ ਕੱਲੇ ਸਿੰਘ ਦੀ ਸ਼ਹੀਦੀ ਤੇ ਨਾਲ ਸਤਿਗੁਰਾਂ ਦੇ ਦੋਵੇਂ ਸਾਹਿਬਜ਼ਾਦੇ ਅਟਾਰੀ ਵਿੱਚ ਖੜੇ ਦੇਖਦੇ ਨੇ। ਬਾਬਾ ਅਜੀਤ ਸਿੰਘ ਸਾਹਿਬ ਦੇ ਮਨ ਅੰਦਰ ਚਾਹ ਉੱਠਦਾ ਹੈ, ਪਿਤਾ ਜੀ ਮੇਰੇ ਵੀਰ ਮੈਦਾਨੇ ਜੰਗ ਦੇ ਅੰਦਰ ਸ਼ਹਾਦਤਾਂ ਦਾ ਜਾਮ ਪੀਂਦੇ ਨੇ। ਜੰਗ ਵੇਖ ਕਰਕੇ ਖੂਨ ਖੌਲਦਾ, ਮੈਨੂੰ ਕਦੋਂ ਆਗਿਆ ਦਿਓਗੇ? ਕਦੇ 9 ਸਾਲ ਦੀ ਅਵਸਥਾ ਵਿੱਚ ਪਿਤਾ ਨੂੰ ਦਿੱਲੀ ਵੱਲ ਨੂੰ ਭੇਜਣ ਵਾਸਤੇ ਸਤਿਗੁਰੂ ਬਚਨ ਕਰਦੇ ਨੇ, ਪਿਤਾ ਜੀ ਤੁਸੀਂ ਆਪ ਜਾਓ, ਤੁਹਾਡੇ ਤੋਂ ਵੱਡਾ ਬ੍ਰਹਮ ਗਿਆਨੀ, ਤੁਹਾਡੇ ਤੋਂ ਵੱਡਾ ਜੀਵਨ ਮੁਕਤ ਵਿਦੇਹ ਮੁਕਤ ਹੋਰ ਕੌਣ ਹੋ ਸਕਦਾ? ਅੱਜ ਸਾਹਿਬਜ਼ਾਦਿਆਂ ਨੂੰ ਤੋਰਨ ਲੱਗੇ ਨੇ ਕਲਗੀਆਂ ਵਾਲੇ ਸਤਿਗੁਰੂ। ਜਦੋਂ ਬਾਬਾ ਅਜੀਤ ਸਿੰਘ ਦੇ ਬਚਨ ਸੁਣੇ, ਸਤਿਗੁਰਾਂ ਘੁੱਟ ਕੇ ਗਲਵਕੜੀ ਵਿੱਚ ਲਏ। ਆਪਣੇ ਕਰ ਕਮਲਾਂ ਨਾਲ ਸਤਿਗੁਰਾਂ ਨੇ ਦਸਤਾਰ ਸਜਾਈ ਹੈ, ਦੁਮਾਲੇ ਸਜਾਏ, ਕਮਰ ਕਸੇ ਕਰ ਕਮਲਾਂ ਨਾਲ ਕੀਤੇ ਨੇ। ਕਮਾਨਾਂ ਤੇ ਭੱਥੇ ਮੋਢਿਆਂ ਵਿੱਚ ਸਤਿਗੁਰੂ ਨੇ ਆਪ ਪਾਏ, ਗਾਤਰੇ ਵਿੱਚ ਸ੍ਰੀ ਸਾਹਿਬਾਂ ਆਪ ਸਤਿਗੁਰਾਂ ਸਜਾਈਆਂ। ਕਮਰ ਕਸੇ ਵਿੱਚ ਕਟਾਰ ਆਪਣੇ ਕਰ ਕਮਲਾਂ ਨਾਲ ਸਤਿਗੁਰੂ ਟੰਗਦੇ ਨੇ। ਪਿਸਤੌਲ ਆਪਣੇ ਕਰ ਕਮਲਾਂ ਨਾਲ ਬਾਬਾ ਅਜੀਤ ਸਿੰਘ ਜੀ ਨੂੰ ਦਿੰਦੇ ਨੇ। ਜਾ ਮੇਰੇ ਲਾਲ ਮੈਦਾਨੇ ਜੰਗ ਦੇ ਅੰਦਰ, ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹੋ, ਗੁਰੂ ਗੋਬਿੰਦ ਸਿੰਘ ਦੇ ਲਾਲ ਮਾਤਾ ਗੁਜਰ ਕੌਰ ਦੇ ਪੋਤਰੇ ਹੋ। ਕਿਤੇ ਇਹ ਨਾ ਸੁਣਾ ਵੀ ਅਜੀਤ ਸਿੰਘ ਮੈਦਾਨੇ ਜੰਗ ਵਿੱਚ ਕੰਡ ਆਪਣੀ ਪਿੱਠ ਕਰਕੇ ਵਿਖਾ ਗਿਆ। ਜਿੰਨੇ ਵਾਰ ਵੱਜਣੇ ਚਾਹੀਦੇ ਛਾਤੀ ਤੇ ਲੱਗਣੇ ਚਾਹੀਦੇ ਨੇ, ਛਾਤੀਆਂ ਡਾਹ ਕਰਕੇ ਦੁਸ਼ਮਣਾਂ ਦਾ ਮੁਕਾਬਲਾ ਕਰਿਓ। ਤੇ ਨਾਲ ਸਤਿਗੁਰਾਂ ਨੇ ਸਿੰਘਾਂ ਦਾ ਜੱਥਾ ਬਾਬਾ ਅਜੀਤ ਸਿੰਘ ਜੀ ਦੇ ਦਿੱਤਾ ਹੈ। ਜਿਸ ਵੇਲੇ ਗੜੀ ਦਾ ਦਰਵਾਜ਼ਾ ਖੁੱਲ੍ਹਦਾ, ਜਕਾਰੇ ਛੱਡਦੇ ਹੋਏ ਬਾਬਾ ਅਜੀਤ ਸਿੰਘ ਜੀ ਸਿੰਘਾਂ ਦਾ ਜੱਥਾ ਲੈ ਕੇ ਮੈਦਾਨੇ ਜੰਗ ਵਿੱਚ ਆ ਕੇ ਜੂਝਣ ਲੱਗਦੇ ਨੇ। ਸਾਹਮਣੇ ਨਜ਼ਰ ਪੈਂਦੀ ਹੈ ਵਜੀਦ ਖਾਂ ਸਰਹੰਦ ਵਾਲੇ ਸੂਬੇ ਦੀ। ਲਾਹੌਰ ਵਾਲਾ ਸੂਬਾ ਵੇਖ ਕੇ ਭੀਮ ਚੰਦ ਨੂੰ ਕਹਿੰਦਾ, ਇੰਜ ਜਾਪਦਾ ਆ ਪੀਲੇ ਪੁਸ਼ਾਕੇ ਵਾਲੇ ਗੁਰੂ ਗੋਬਿੰਦ ਸਿੰਘ ਆਪ ਜੰਗ ਵਿੱਚ ਆ ਗਏ ਨੇ। ਭੀਮ ਚੰਦ ਨੇ ਬਹੁਤ ਵਾਰੀ ਗੁਰੂ ਕਲਗੀਧਰ ਪਾਤਸ਼ਾਹ ਦੇ ਨੇੜਿਓਂ ਵੀ ਦਰਸ਼ਨ ਕੀਤੇ। ਖੁਰਦਬੀਨ ਤੇ ਦੂਰਬੀਨਾਂ ਨਾਲ ਦੂਰੋਂ ਬੈਠ ਕੇ ਵੀ ਦਰਸ਼ਨ ਕਰਦਾ ਰਹਿੰਦਾ ਸੀ। ਉਹਨੇ ਉਸੇ ਵੇਲੇ ਦੂਰਬੀਨ ਅੱਖਾਂ ਨੂੰ ਲਾ ਕੇ ਵੇਖੀ, ਕਹਿਣ ਲੱਗਿਆ ਇਹ ਗੁਰੂ ਗੋਬਿੰਦ ਸਿੰਘ ਨਹੀਂ ਹਨ। ਇਹਨਾਂ ਦੇ ਚਿਹਰੇ ਤੇ ਹਾਲੇ ਜਿਹੜਾ ਦਾੜਾ ਫੁੱਟਦਾ ਪਿਆ, ਮੈਨੂੰ ਜਾਪਦਾ ਇਹ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਦੇ। ਫਿਰ ਉਸ ਵੇਲੇ ਦੁਸ਼ਮਣਾਂ ਨੇ ਭਰਵੇਂ ਹੱਲੇ ਕੀਤੇ ਤੇ ਗੁਰੂ ਦੇ ਲਾਲਾਂ ਨੇ ਵੀ ਐਸਾ ਮੈਦਾਨੇ ਜੰਗ ਦੇ ਅੰਦਰ ਦੁਸ਼ਮਣਾਂ ਦੇ ਆਹੂ ਲਾਹੇ। ਪਹਿਲਾਂ ਉਸ ਵੇਲੇ ਤੀਰ ਅੰਦਾਜ਼ੀ ਦਾ ਜੰਗ ਕੀਤਾ ਗਿਆ, ਜਿਸ ਵੇਲੇ ਭੱਥਾ ਖਾਲੀ ਹੋ ਗਿਆ। ਉਸ ਤੋਂ ਬਾਅਦ ਬਾਬਾ ਜੀ ਨੇ ਸਾਧ ਸੰਗਤ ਫਿਰ ਪਿਸਤੌਲ ਦਾ ਜੰਗ ਕੀਤਾ ਹੈ। ਗੋਲੀ ਸਿੱਕਾ ਜਦੋਂ ਉਹਦੇ ਵਿੱਚੋਂ ਖਤਮ ਹੁੰਦਾ, ਫਿਰ ਆਪਣਾ ਵਰਸ਼ਾ ਕੱਢ ਕਰਕੇ ਦੁਸ਼ਮਣਾਂ ਦੇ ਪੇਟ ਪਾੜ ਦਿੱਤੇ। ਮੈਦਾਨੇ ਜੰਗ ਅੰਦਰ ਬੜੀ ਫੁਰਤੀ ਨਾਲ ਘੋੜਾ ਭਜਾਉਂਦੇ ਨੇ ਤੇ ਜਦੋਂ ਐਸਾ ਵਰਸ਼ਾ ਜ਼ਾਲਮਾਂ ਦੇ ਜਾ ਕਰਕੇ ਸੰਜੋਆਂ ਵਿੱਚ ਫਸ ਕੇ ਟੁੱਟਦਾ ਹੈ, ਫਿਰ ਸ੍ਰੀ ਸਾਹਿਬ ਮੈਂ ਆਪਣੇ ਮਿਆਨ ਵਿੱਚੋਂ ਖਿੱਚ ਲਈ। ਜਦੋਂ ਭਾਰੀ ਜੰਗ ਕਰਦਿਆਂ ਇਹ ਸ੍ਰੀ ਸਾਹਿਬ ਹੀ ਟੁੱਟ ਜਾਂਦੇ, ਮੁੱਠਾ ਹੱਥ ਵਿੱਚ ਰਹਿ ਜਾਂਦਾ। ਫਿਰ ਬਾਬਾ ਅਜੀਤ ਸਿੰਘ ਜੀ ਆਪਣੀ ਕਟਾਰ ਕੱਢਦੇ ਨੇ। ਉਸ ਕਟਾਰ ਦੇ ਨਾਲ ਵੱਡੇ ਵੱਡੇ ਪਠਾਣਾਂ ਦੀਆਂ ਬੱਖੀਆਂ ਪਾੜ ਕਰਕੇ, ਸਦਾ ਦੀ ਨੀਂਦ ਸੁਆ ਕਰਕੇ, ਆਪਣੇ ਸਰੀਰ ਨੂੰ ਗੋਲੀਆਂ ਨਾਲ ਛਾਨਣੀ ਕਰਵਾ ਕੇ ਬਾਬਾ ਅਜੀਤ ਸਿੰਘ ਜੀ ਸ਼ਹਾਦਤ ਦਾ ਜਾਮ ਪੀਂਦੇ ਨੇ। ਜਦੋਂ ਧਰਤੀ ਤੇ ਡਿੱਗਦੇ ਨੇ ਬਾਬਾ ਅਜੀਤ ਸਿੰਘ ਜੀ, ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਉੱਚੀ ਆਵਾਜ਼ ਵਿੱਚ ਜਕਾਰਾ ਲਾਉਂਦੇ ਨੇ, ਹੇ ਅਕਾਲ ਪੁਰਖ ਪਰਮਾਤਮਾ,
ਤੇਰਾ ਮੈਂ ਕਿਵੇਂ ਸ਼ੁਕਰ ਕਰਾਂ, ਜਿਹੜੀਆਂ ਅਮਾਨਤਾਂ ਤੂੰ ਮੈਨੂੰ ਦਿੱਤੀਆਂ ਸੀ ਆਪਣੀਆਂ ਵਾਪਸ ਲੈ ਲਈਆਂ, ਮੈਂ ਸੁਰਖਰੂ ਹੋ ਗਿਆ ਹਾਂ। ਇੰਨੇ ਸਮੇਂ ਨੂੰ ਬਾਬਾ ਜੁਝਾਰ ਸਿੰਘ ਜੀ ਨੇ ਵੇਖਿਆ ਵੱਡੇ ਵੀਰ ਦਾਦਾ ਗੁਰੂ ਤੇਗ ਬਹਾਦਰ ਦੀ ਗੋਦ ਚਲੇ ਗਏ। ਪਿਤਾ ਜੀ ਮੈਨੂੰ ਵੀ ਆਗਿਆ ਦਿਓ। ਸਤਿਗੁਰਾਂ ਉਸੇ ਤਰ੍ਹਾਂ ਬਾਬਾ ਜੁਝਾਰ ਸਿੰਘ ਜੀ ਨੂੰ ਹੱਥੀਂ ਤਿਆਰ ਕੀਤਾ। ਮੈਦਾਨੇ ਜੰਗ ਵੱਲ ਜਾਣ ਲੱਗਿਆਂ ਜੱਥਾ ਸਿੰਘਾਂ ਦਾ ਨਾਲ ਭੇਜਿਆ ਹੈ। ਬਾਬਾ ਜੁਝਾਰ ਸਿੰਘ ਜੀ ਦੀ ਵੀ ਐਸੀ ਅਨੋਖੀ ਜਿਹੜੀ ਸ਼ਹਾਦਤ ਹੁੰਦੀ ਹੈ। ਦੋਨਾਂ ਸਾਹਿਬਜ਼ਾਦਿਆਂ ਦੇ ਜਿਹੜੇ ਸਰੀਰ ਸਨ, ਇੰਨੀਆਂ ਗੋਲੀਆਂ ਤੇ ਤੀਰ ਸਰੀਰਾਂ ਵਿੱਚੋਂ ਨਿਕਲ ਚੁੱਕੇ ਸੀ, ਜਿਵੇਂ ਛਾਨਣੀ ਵਿੱਚ ਸੁਰਾਖ ਹੁੰਦੇ, ਇਉਂ ਸਰੀਰ ਛਾਨਣੀ ਹੋਏ ਪਏ ਨੇ। ਦੋਹਾਂ ਲਾਲਾਂ ਦੀਆਂ ਜਦੋਂ ਸ਼ਹਾਦਤਾਂ ਹੋਈਆਂ ਤਾਂ ਸ਼ਾਮਾਂ ਪੈ ਚੁੱਕੀਆਂ ਨੇ। ਸਿੰਘਾਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ। 5 ਗੁਰੂ ਸਾਹਿਬ ਜੀ ਦੇ ਕੋਲ ਜਿਹੜੇ ਸਿੰਘ ਬੈਠੇ ਨੇ, ਪੰਜਾਂ ਨਾਲ ਮਿਲ ਕੇ ਸਤਿਗੁਰਾਂ ਨੇ ਰਹਿਰਾਸ ਸਾਹਿਬ ਦੀ ਬਾਣੀ ਦਾ ਪਾਠ ਕੀਤਾ। ਜਦੋਂ ਪਾਠ ਦੀ ਸੰਪੂਰਨਤਾ ਹੋਈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਸਿੰਘੋ, ਅੰਮ੍ਰਿਤ ਵੇਲੇ ਮੈਦਾਨੇ ਜੰਗ ਦੇ ਅੰਦਰ ਮੈਂ ਆਪ ਖੁਦ ਜਾਵਾਂਗਾ ਜ਼ਾਲਮਾਂ ਦੇ ਨਾਲ ਲੋਹਾ ਲੈਣ ਵਾਸਤੇ ਮੁਕਾਬਲਾ ਕਰਨ ਦੇ ਲਈ। ਭਾਈ ਦਇਆ ਸਿੰਘ ਕਹਿਣ ਲੱਗੇ, ਸਤਿਗੁਰੂ ਜੀ, ਐਸਾ ਕਦਾਚਿਤ ਨਹੀਂ ਹੋਵੇਗਾ। ਸਾਨੂੰ ਤੁਹਾਡੇ ਸਰੀਰ ਦੀ ਸੁੱਖ ਚਾਹੀਦੀ ਹੈ। ਜੇਕਰ ਤੁਸੀਂ ਸਤਿਗੁਰੂ ਪਾਤਸ਼ਾਹ ਸੁਰੱਖਿਅਤ ਨਿਕਲ ਜਾਵੋ ਚਮਕੌਰ ਦੀ ਗੜ੍ਹੀ ਵਿੱਚੋਂ, ਸਾਡੇ ਵਰਗੇ ਲੱਖਾਂ ਸੂਰਮੇ ਤੁਸੀਂ ਪੈਦਾ ਕਰ ਲਵੋਗੇ। ਜੇ ਆਪ ਮੈਦਾਨੇ ਜੰਗ ਅੰਦਰ ਸ਼ਹੀਦ ਹੋ ਗਏ ਸਤਿਗੁਰੂ ਜੀ, ਅਸੀਂ ਤੁਹਾਡੇ ਵਰਗੇ ਗੁਰੂ ਕਿੱਥੋਂ ਪ੍ਰਾਪਤ ਕਰਾਂਗੇ। ਕਲਗੀਆਂ ਵਾਲੇ ਸਤਿਗੁਰੂ ਕਹਿੰਦੇ, ਐਸਾ ਨਹੀਂ ਹੋਵੇਗਾ। ਲੋਕਾਂ ਨੇ ਕਹਿਣਾ ਮਾਵਾਂ ਦੇ ਪੁੱਤ ਮਰਵਾ ਕੇ ਕਲਗੀਆਂ ਵਾਲੇ ਆਪ ਬਚ ਕੇ ਨਿਕਲ ਗਏ ਨੇ। ਤੇ ਭਾਈ ਦਇਆ ਸਿੰਘ ਜੀ ਨੇ ਫਿਰ ਉਸ ਵੇਲੇ 5 ਸਿੰਘ ਇਕੱਠੇ ਹੋ ਕੇ ਕਹਿਣ ਲੱਗੇ, ਸਤਿਗੁਰੂ, ਸਾਡੀ ਬੇਨਤੀ ਚਾਹੇ ਇਹਨੂੰ ਹੁਕਮ ਸਮਝ ਲਓ, ਤੁਹਾਨੂੰ ਚਮਕੌਰ ਦੀ ਗੜ੍ਹੀ ਖਾਲੀ ਕਰਕੇ ਤੁਰਨਾ ਪਵੇਗਾ। ਜਦੋਂ ਪੰਜਾਂ ਨੇ ਸਤਿਗੁਰੂ ਪਾਤਸ਼ਾਹ ਦੇ ਸਨਮੁਖ ਬਚਨ ਕਹੇ ਤੇ ਪੰਜਾਂ ਨੂੰ ਪਿਆਰਿਆਂ ਦਾ ਰੂਪ, ਸਾਹਿਬ ਦਾ ਰੂਪ ਸਤਿਗੁਰੂ ਨੇ ਦਿੱਤਾ ਹੋਇਆ ਹੈ। ਤੇ ਉਹਨਾਂ ਦਾ ਹੁਕਮ ਮੰਨ ਕੇ ਫਿਰ ਸਤਿਗੁਰੂ ਰਾਤ ਦੇ ਵਕਤ ਚਮਕੌਰ ਦੀ ਗੜ੍ਹੀ ਵਿੱਚੋਂ ਨਿਕਲਣ ਲੱਗਦੇ ਨੇ। ਭਾਈ ਮਾਨ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਦਇਆ ਸਿੰਘ ਜੀ, ਇਹ 3 ਗੁਰੂ ਦੇ ਪਿਆਰਿਆਂ ਨੇ ਸਤਿਗੁਰੂ ਪਾਤਸ਼ਾਹ ਦੇ ਨਾਲ ਤੁਰਨਾ ਹੈ। ਸਤਿਗੁਰੂ ਪਾਤਸ਼ਾਹ ਨੇ ਆਪਣੀ ਕਲਗੀ ਜਿਗ੍ਹਾ ਜਿਹੜੀ ਉੱਥੇ ਬਖਸ਼ਿਸ਼ ਕੀਤੀ ਹੈ, ਇਤਿਹਾਸ ਵਿੱਚ 2 ਨਾਮ ਲਿਖੇ ਜਾਂਦੇ ਨੇ, ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ। ਤੇ ਇਸ ਪ੍ਰਕਾਰ ਦੋਹਾਂ ਨੂੰ ਇਸ ਪ੍ਰਕਾਰ ਕਲਗੀਆਂ ਵਾਲੇ ਸਤਿਗੁਰੂ ਜੀ ਨੇ ਇੱਕ ਗੁਰਸਿੱਖ ਨੂੰ ਆਪਣਾ ਰੂਪ ਦੇ ਕਰਕੇ, ਆਪਣੀ ਦਸਤਾਰ ਦੇ ਕਰਕੇ ਉੱਥੇ ਕਲਗੀ ਜਿਗ੍ਹਾ ਸਜਾ ਕਰਕੇ ਰੂਪ ਦੇ ਦਿੱਤਾ। ਤੇ ਉੱਥੇ ਸਤਿਗੁਰੂ ਪਾਤਸ਼ਾਹ ਰਾਤ ਦੇ ਵਕਤ ਨਿਕਲਦੇ ਨੇ। ਪਿਛਲੀ ਛੋਟੀ ਜਿਹੜੀ ਬਾਰੀ ਸੀ ਗੜ੍ਹੀ ਦੀ, ਉੱਥੋਂ ਸਤਿਗੁਰਾਂ ਬਾਹਰ ਨਿਕਲਣਾ ਕੀਤਾ। ਤੇ ਕਲਗੀਆਂ ਵਾਲੇ ਸਤਿਗੁਰੂ ਕਹਿੰਦੇ, ਦਇਆ ਸਿੰਘ ਜੀ, ਅੱਧੀ ਰਾਤ ਦਾ ਵਕਤ ਹੈ, ਜੇ ਵਿਛੜ ਗਏ ਧਰੂ ਤਾਰੇ ਦੀ ਸੇਧ ਦੇ ਨਾਲ ਤੁਰੇ ਆਉਣਾ ਤੇ ਅੰਮ੍ਰਿਤ ਵੇਲੇ ਆਪਣਾ ਮਿਲਾਪ ਹੋ ਜਾਵੇਗਾ। ਇਸੇ ਤਰ੍ਹਾਂ ਹੋਇਆ ਸੀ। ਗੁਲਾਬੇ ਮਸੰਦ ਦੇ ਖੂਹ ਤੇ ਜਾ ਕਰਕੇ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਨੂੰ 3 ਸਿੰਘ ਜਾ ਕੇ ਮਿਲੇ ਸਨ। ਜਦੋਂ ਇੱਥੋਂ ਤੁਰਨ ਲੱਗੇ ਨੇ, ਸਤਿਗੁਰਾਂ ਨੇ ਤਾੜੀ ਮਾਰੀ, ਕਿਹਾ ਸੀ ਕਿ ਹਿੰਦ ਦਾ ਪੀਰ ਜਾ ਰਿਹਾ ਹੈ, ਜੇ ਪਕੜਨਾ ਤੇ ਪਕੜ ਲਓ। ਉਸ ਵੇਲੇ ਫਿਰ ਆਪਸ ਵਿੱਚ ਹੀ ਕਟਾਵੜੀ ਹੋਈ। ਬੇਅੰਤ ਜਿਹੜੀ ਸੈਨਾ ਤੁਰਕਾਂ ਪਹਾੜੀਆਂ ਦੀ ਆਪਸ ਵਿੱਚ ਹੀ ਲੜ ਕੇ ਮਰ ਗਈ ਸੀ। ਜਦੋਂ ਸਿੰਘਾਂ ਦੀਆਂ ਲਾਸ਼ਾਂ ਦੇ ਵਿੱਚ ਹੀ ਸਤਿਗੁਰੂ ਪਾਤਸ਼ਾਹ ਤੁਰੇ ਜਾਂਦੇ ਨੇ, ਚਰਨਾਂ ਦਾ ਜੋੜਾ ਸਤਿਗੁਰਾਂ ਨੇ ਲਾ ਦਿੱਤਾ ਸੀ। ਕਿਸੇ ਗੁਰਸਿੱਖ ਦੀ ਦਸਤਾਰ ਖੁੱਲੀ ਹੋਵੇਗੀ, ਕਿਸੇ ਦੇ ਸਿਰ ਦੇ ਕੇਸ ਜਿਹੜੀ ਗੁਰੂ ਦੀ ਮੋਹਰ ਉਹ ਖੁੱਲੇ ਪਏ ਹੋਣਗੇ। ਕਿਤੇ ਚਰਨਾਂ ਦਾ ਜੋੜਾ ਕੇਸਾਂ ਨੂੰ ਲੱਗ ਕੇ ਬੇਅਦਬੀ ਨਾ ਹੋ ਜਾਵੇ ਖਾਲਸੇ ਦੀ। ਸਤਿਗੁਰੂ ਨੰਗੇ ਚਰਨੀ ਤੁਰੇ ਨੇ। ਜਦੋਂ ਕੁਝ ਦੂਰੀ ਤੇ ਗਏ ਨੇ, ਬਿਜਲੀ ਲਸ਼ਕੀ ਹੈ, ਸਾਹਮਣੇ ਅਜੀਤ ਸਿੰਘ ਦੀ ਲਾਸ਼ ਪਈ ਹੈ। ਪਿਆਰੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਸਤਿਗੁਰੂ ਜੀ, ਦੁੱਧ ਮੱਖਣਾਂ ਨਾਲ ਪਾਲੇ ਹੋਏ ਲਾਲ, ਜਿਨ੍ਹਾਂ ਨੂੰ ਅਸੀਂ ਮੋਢਿਆਂ ਤੇ ਚੁੱਕ ਕੇ ਆਨੰਦਾਂ ਦੀ ਪੁਰੀ ਵਿੱਚ ਖਿਡਾਉਂਦੇ ਰਹੇ, ਅੱਜ ਉਹ ਸਾਹਿਬਜ਼ਾਦੇ ਸ਼ਹਾਦਤਾਂ ਦਾ ਜਾਮ ਪੀ ਕੇ ਪੰਥ ਦੇਸ਼ ਕੌਮ ਦੇ ਵਾਸਤੇ ਸ਼ਹੀਦ ਹੋ ਕੇ ਡਿੱਗੇ ਪਏ ਨੇ। ਜਾਂਦੇ ਹੋਏ ਇਹਨਾਂ ਤੇ ਕਫਨ ਪਾ ਜਾਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕੀ ਕਿਹਾ ਸੀ? ਕਹਿੰਦੇ, ਦਇਆ ਸਿੰਘ ਜੀ, ਸਮਾਂ ਨਹੀਂ, ਵਕਤ ਨਹੀਂ ਹੈ।
ਅਜੀਤ ਸਿੰਘ ਮੇਰਾ ਪੁੱਤਰ, ਬਾਕੀ ਸਾਰੇ ਮੇਰੇ ਪੁੱਤਰ ਨੇ, ਕਿਹਦੇ ਕਿਹਦੇ ਤੇ ਕਫਨ ਪਾਵਾਂਗੇ, ਛੇਤੀ ਤੁਰੇ ਚੱਲੋ। ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਨੇ ਕਫਨ ਵੀ ਨਹੀਂ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਤੇ ਪਾਇਆ। ਜਦੋਂ ਅੱਗੇ ਜਾਂਦੇ ਫਿਰ ਬਿਜਲੀ ਦਾ ਚਮਕਾਰਾ ਪੈਂਦਾ, ਬਾਬਾ ਜੁਝਾਰ ਸਿੰਘ ਜੀ ਦਾ ਸਰੀਰ ਡਿੱਗਿਆ ਪਿਆ। ਫਿਰ ਭਾਈ ਦਇਆ ਸਿੰਘ ਜੀ ਅੰਦਰੋਂ ਭਿੱਜ ਕਰਕੇ ਬਚਨ ਕਰਦੇ, ਸਤਿਗੁਰੂ ਸਾਹਿਬਜ਼ਾਦਿਆਂ ਦੇ ਅੰਤਮ ਸੰਸਕਾਰ ਜੇ ਤੁਸੀਂ ਨਹੀਂ ਕਰਨੇ ਕਰ ਕਮਲਾਂ ਨਾਲ, ਤੇ ਇਹਨਾਂ ਦੀਆਂ ਲਾਸ਼ਾਂ ਦੇ ਉੱਤੇ ਕਫਨੀ ਪਾ ਚੱਲੋ। ਸਤਿਗੁਰੂ ਕਹਿੰਦੇ, ਨਹੀਂ, ਸਮਾਂ ਨਹੀਂ ਹੈ ਭਾਈ ਦਇਆ ਸਿੰਘ ਜੀ। ਕੌਣ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਿਤਾ ਦੀਆਂ ਰੀਸਾਂ ਕਰ ਲਵੇਗਾ? ਪੁੱਤਰਾਂ ਦੇ ਵਾਸਤੇ ਆਪਣੀਆਂ ਜਾਨਾਂ ਵਾਰ ਦਿੰਦੇ ਮਾਤਾ ਪਿਤਾ, ਪੁੱਤਰਾਂ ਨੂੰ, ਬੱਚਿਆਂ ਨੂੰ ਕਿਤੇ ਪੋਹ ਮਾਘ ਦੇ ਇਹਨਾਂ ਮਹੀਨਿਆਂ ਅੰਦਰ ਕਿਤੇ ਅੰਗ ਕੋਈ ਰਜਾਈ ਤੋਂ ਬਾਹਰ ਰਹਿ ਜਾਵੇ, ਮਾਤਾ ਪਿਤਾ ਨੂੰ ਚਿੰਤਾ ਲੱਗ ਜਾਂਦੀ, ਬੱਚੇ ਨੂੰ ਠੰਡ ਲੱਗ ਗਈ ਹੋਣੀ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਪ ਹੱਥੀਂ ਤਿਆਰ ਕਰਕੇ ਮੈਦਾਨੇ ਜੰਗ ਵੱਲ ਤੋਰੇ। ਸ਼ਹਾਦਤਾਂ ਹੋਈਆਂ, ਜਕਾਰੇ ਛੱਡਦੇ ਨੇ। ਅੱਜ ਕਫਨ ਵੀ ਨਹੀਂ ਪਾਇਆ ਲਾਲਾਂ ਦੀਆਂ ਲਾਸ਼ਾਂ ਦੇ ਉੱਤੇ। ਸਤਿਗੁਰੂ ਮਾਛੀਵਾੜੇ ਦੇ ਜੰਗਲਾਂ ਨੂੰ ਚਲੇ ਗਏ ਨੇ। ਤੇ ਇਧਰ ਦੂਸਰਾ ਜਿਹੜਾ ਹਿੱਸਾ ਸਾਧ ਸੰਗਤ ਪਰਿਵਾਰ ਦਾ, ਸਾਡੀਆਂ ਮਾਤਾਵਾਂ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ, ਇਹ ਭਾਈ ਮਨੀ ਸਿੰਘ ਜੀ, ਭਾਈ ਜਵਾਹਰ ਸਿੰਘ ਜੀ ਦੇ ਨਾਲ ਇਸ ਸਰਸਾ ਦੀ ਨਦੀ ਦੇ ਕਿਨਾਰੇ ਤੋਂ ਦਿੱਲੀ ਵੱਲ ਨੂੰ ਚਲੀਆਂ ਗਈਆਂ। ਤੀਸਰਾ ਜਿਹੜਾ ਹਿੱਸਾ ਸੀ ਸਤਿਗੁਰੂ ਦੇ ਪਰਿਵਾਰ ਦਾ, ਧੰਨ ਮਾਤਾ ਗੁਜਰ ਕੌਰ ਜੀ, ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰਨ ਵਾਲੇ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ, ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ, ਦਾਦੀ ਮਾਂ ਦੀਆਂ ਉਂਗਲਾਂ ਪਕੜ ਕਰਕੇ ਦੋਹਾਂ ਸਾਹਿਬਜ਼ਾਦਿਆਂ ਪਹਾੜ ਦੀ ਵੱਖੀ ਵੱਖੀ ਇਹ ਸਰਸਾ ਪਾਰ ਕੀਤਾ ਹੈ। ਸਰਸਾ ਪਾਰ ਕਰਨ ਤੋਂ ਬਾਅਦ ਕੰਮੋ ਮਾਸਕੀ ਦੀ ਝੁੱਗੀ ਵਿੱਚ ਜਾ ਕਰਕੇ ਰਾਤ ਦਾ ਵਕਤ ਗੁਜ਼ਾਰਦੇ ਨੇ। ਉੱਥੇ ਜਿਹੜਾ ਕੋਈ ਭੋਜਨ ਪਦਾਰਥ ਕੰਮੋ ਮਾਸਕੀ ਗੁਰੂ ਦੇ ਪਿਆਰੇ ਗੁਰਸਿੱਖ ਨੇ ਮਾਤਾ ਤੇ ਸਾਹਿਬਜ਼ਾਦਿਆਂ ਨੂੰ ਤਿਆਰ ਕਰਕੇ ਛਕਾਇਆ। ਉਸ ਤੋਂ ਬਾਅਦ ਫਿਰ ਅੱਗੇ ਜਿਹੜਾ ਗੰਗਾ ਹੈ, ਐਸਾ ਇਹ ਗੰਗੂ ਬ੍ਰਾਹਮਣ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਘਰ ਵਿੱਚ ਰਸੋਈਆ ਵੀ ਰਹਿ ਚੁੱਕਿਆ ਸੀ, ਜਿਸ ਨੇ ਨਿਮਕ ਹਰਾਮੀ ਬਣਨਾ ਸੀ। ਆ ਕਰਕੇ ਇਹ ਆ ਕੇ ਕੰਮੋ ਮਾਸਕੀ ਦੀ ਝੁੱਗੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾ ਤੇ ਸਾਹਿਬਜ਼ਾਦਿਆਂ ਨੂੰ ਮਿਲਦਾ, ਬੇਨਤੀ ਕਰਦਾ ਹੈ, ਮਾਤਾ ਜੀ ਕਿਹੋ ਜਿਹਾ ਕਸ਼ਟ ਦਾ ਸਮਾਂ ਬਣ ਗਿਆ ਪਰਿਵਾਰ ਦੇ ਉੱਪਰ, ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ। ਚਲੋ ਮੇਰਾ ਨਗਰ ਜਿਹੜਾ ਖੇੜੀ ਸਹੇੜੀ ਹੈ, ਤੇ ਇੱਥੇ ਜਾ ਕੇ ਆਰਾਮ ਦੇ ਨਾਲ ਤੁਸੀਂ ਆਪਣਾ ਸਮਾਂ ਬਸਰ ਕਰੋ। ਸਮਾਂ ਆਵੇਗਾ ਕਦੇ ਮੈਂ ਤੁਹਾਡੇ ਸਾਹਿਬਜ਼ਾਦੇ ਗੋਬਿੰਦ ਸਿੰਘ ਦੇ ਨਾਲ ਤੁਹਾਡਾ ਮਿਲਾਪ ਕਰਾਵਾਂਗਾ। ਬੜੀਆਂ ਗੱਲਾਂ ਇਸ ਨੇ ਕੀਤੀਆਂ। ਮਾਤਾ ਗੁਜਰ ਕੌਰ ਜੀ ਨੂੰ ਕੰਮੋ ਮਾਸਕੀ ਦੀ ਝੁੱਗੀ ਦੇ ਵਿੱਚੋਂ ਆਪਣੇ ਨਾਲ ਇਹ ਗੰਗੂ ਆਪਣੇ ਨਗਰ ਵੱਲ ਨੂੰ ਲੈ ਤੁਰਿਆ। ਰਸਤੇ ਵਿੱਚ ਜਾਂਦੇ ਨੇ ਸਭ ਕੁਝ ਵੇਖਿਆ। ਮਾਤਾ ਜੀ ਕੋਲ ਕੀਮਤੀ ਜਿਹੜਾ ਕਿੰਨਾ ਸੋਨੇ ਦੀਆਂ ਖੁਰਜੀਆਂ ਭਰੀਆਂ ਹੋਈਆਂ, ਖੱਚਰ ਭਰੀ ਹੋਈ ਹੈ, ਕਿੰਨੀ ਮਾਇਆ ਹੈ ਮਾਤਾ ਦੇ ਕੋਲ। ਇਹ ਜਦੋਂ ਘਰ ਵਿੱਚ ਲਿਜਾ ਕੇ ਰੱਖਾਂਗਾ ਮਾਇਆ ਮੇਰੇ ਕੰਮ ਆਵੇਗੀ। ਜਦੋਂ ਘਰ ਵਿੱਚ ਗਿਆ, ਮਾਤਾ ਜੀ ਨੂੰ ਪਲੰਘ ਦੇ ਉੱਤੇ ਸਾਹਿਬਜ਼ਾਦਿਆਂ ਨੂੰ ਲਿਟਾ ਦਿੱਤਾ। ਰਾਤਰੀ ਦਾ ਵਕਤ, ਅੱਧੀ ਰਾਤ ਹੁੰਦੀ ਹੈ। ਮਾਤਾ ਜੀ ਨੂੰ ਕਿੱਥੇ ਨੀਂਦ ਪੈਂਦੀ ਹੈ। ਜਿਸ ਮਾਤਾ ਦੀਆਂ ਨੂੰਹਾਂ ਵਿਛੜ ਗਈਆਂ ਹੁਣ ਇੱਕ ਰਾਤ ਵਿੱਚ, ਜਿਸ ਮਾਤਾ ਦੇ ਵੱਡੇ ਪੋਤਰੇ ਮਾਤਾ ਨਾਲੋਂ ਵਿਛੜ ਗਏ, ਜਿਸ ਮਾਤਾ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਨਾਲੋਂ ਵਿਛੜ ਗਏ, 5 ਪਿਆਰਿਆਂ ਦੇ ਵਿਛੋੜੇ ਮਾਤਾ ਨਾਲੋਂ ਪੈ ਗਏ। ਸਿੰਘ ਜਿਹੜੇ ਸੀ ਜਾਨਾਂ ਤਲੀਆਂ ਤੇ ਰੱਖਣ ਵਾਲੇ ਵਿਛੜ ਚੁੱਕੇ ਨੇ। ਪਰਿਵਾਰ ਖੇਰੂ ਖੇਰੂ ਹੋ ਗਿਆ ਸਾਰਾ। ਤੇ ਗੰਗਾ ਸੋਚਦਾ ਮਾਤਾ ਤੇ ਗੂੜੀ ਨੀਂਦ ਸੁੱਤੀ ਪਈ ਹੋਵੇਗੀ। ਸਾਹਿਬਜ਼ਾਦਿਆਂ ਦੇ ਸਰੀਰ ਥੱਕੇ ਹੋਏ ਨੇ। ਸੱਜੇ ਪਾਸੇ ਬਾਬਾ ਜੋਰਾਵਰ ਸਿੰਘ ਜੀ, ਖੱਬੇ ਪਾਸੇ ਬਾਬਾ ਫਤਿਹ ਸਿੰਘ ਜੀ ਨੂੰ ਮਾਤਾ ਜੀ ਪਲੰਘ ਦੇ ਉੱਤੇ ਲੈ ਕੇ ਨਿੱਘ ਦਿੰਦੇ ਨੇ। ਤੇ ਮਾਤਾ ਜੀ ਸਾਰੀ ਰਾਤ ਹੀ ਸਿਮਰਨ ਦੇ ਵਿੱਚ ਜੁਟੇ ਰਹਿੰਦੇ ਨੇ। ਨੇਤਰ ਵੀ ਖੁੱਲੇ ਨੇ। ਗੰਗਾ ਆਇਆ ਹੈ ਅੰਦਰ, ਪੈਰ ਦਬੋਚ ਕਰਕੇ ਹੌਲੀ ਹੌਲੀ ਚੋਰਾਂ ਵਾਂਗ ਅੰਦਰ ਖੁਰਜੀ ਮੋਹਰਾਂ ਦੀ ਕੱਢ ਕਰਕੇ ਲੈ ਤੁਰਿਆ। ਜਦੋਂ ਬਾਹਰ ਨਿਕਲਣ ਲੱਗਿਆ, ਮਾਤਾ ਜੀ ਨੇ ਆਵਾਜ਼ ਦੇ ਦਿੱਤੀ, ਗੰਗਿਆ ਤੂੰ ਹੈ?
ਗੰਗੂ ਪੁੱਤਰ ਤੂੰ ਹੈ, ਕਿਸ ਵਾਸਤੇ ਆਇਆ? ਇਹਨੇ ਕੋਈ ਬਚਨ ਨਹੀਂ ਸੁਣਿਆ, ਬਾਹਰ ਨਿਕਲ ਗਿਆ। ਤੇ ਜਦੋਂ ਸਾਧ ਸੰਗਤ ਜੀ ਦਿਨ ਚੜ੍ਹਨ ਲੱਗਦਾ ਅੰਮ੍ਰਿਤ ਵੇਲੇ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਮਾਤਾ ਗੰਗੂ ਨੂੰ ਕੋਲ ਬੁਲਾਉਂਦੇ ਨੇ। ਕਹਿਣ ਲੱਗੇ, ਗੰਗਿਆ ਪੁੱਤਰ, ਤੈਨੂੰ ਧਨ ਦੀ ਲੋੜ ਸੀ, ਮੰਗ ਲੈਂਦਾ। ਮਾਇਆ ਕੀ ਕਰਨੀ ਹੈ? ਗੁਰੂ ਨਾਨਕ ਦੇ ਦਰ ਦੇ ਸੇਵਕਾਂ ਦੇ ਪੈਰਾਂ ਦੀ ਦਾਸੀ ਹੈ। ਇਹ ਗੁਰੂ ਨਾਨਕ ਸਾਹਿਬ ਦੇ ਦਰ ਦੀ ਜਿਹੜੀ ਬੇਅੰਤ ਮਾਇਆ ਸੀ, ਤੂੰ ਮੰਗ ਲੈਂਦਾ, ਤੈਨੂੰ ਦੇ ਦੇਣੀ ਸੀ। ਇਸ ਤਰ੍ਹਾਂ ਤੂੰ ਕਿਉਂ ਕਰਨਾ ਸੀ? ਉਸ ਵੇਲੇ ਫਿਰ ਇਹਨੇ ਸੱਚਾ ਹੋਣ ਵਾਸਤੇ, ਮਾਤਾ ਜੀ ਮੇਰੇ ਤੇ ਤੂਮਤਾਂ ਲਾਉਂਦੇ, ਮੈਨੂੰ ਚੋਰ ਬਣਾਉਂਦੇ ਨੇ, ਕਿਸੇ ਦੀ ਕੋਈ ਗੱਲ ਨਾ ਸੁਣੀ ਤੇ ਕੋਠੇ ਤੇ ਚੜ੍ਹ ਕੇ ਰੌਲਾ ਪਾਉਣ ਲੱਗ ਪਿਆ। ਗੁਰੂ ਗੋਬਿੰਦ ਸਿੰਘ ਦੇ ਲਾਲ ਗੁਰੂ ਗੋਬਿੰਦ ਸਿੰਘ ਦੀ ਮਾਤਾ ਮੇਰੇ ਘਰ ਵਿੱਚ ਛੁਪੀ ਹੋਈ ਹੈ। ਮਾਤਾ ਜੀ ਕਹਿੰਦੇ, ਗੰਗਿਆ, ਇਹ ਮਾਇਆ ਦੇ ਨਾਲੋਂ, ਮੋਹਰਾਂ ਦੇ ਨਾਲੋਂ ਮੇਰੇ ਲਾਲਾਂ ਦੀਆਂ, ਸਾਹਿਬਜ਼ਾਦਿਆਂ ਦੀਆਂ ਜਿਹੜੀਆਂ ਜਿੰਦਾਂ ਬੜੀਆਂ ਕੀਮਤੀ ਨੇ। ਰੌਲਾ ਨਾ ਪਾ, ਜੋ ਤੈਨੂੰ ਚਾਹੀਦਾ ਰੱਖ ਲੈ, ਇਹਨਾਂ ਸਾਹਿਬਜ਼ਾਦਿਆਂ ਦੀਆਂ ਜਿੰਦੜੀਆਂ ਵੱਲ ਵੇਖ। ਪਰੰਤੂ ਪਾਪ ਬੁਰਾ, ਪਾਪੀ ਕੋ ਪਿਆਰਾ। ਤੇ ਜਿਹੜਾ ਪਾਪ ਹੈ ਸਾਧ ਸੰਗਤ ਅਤਿਅੰਤ ਮਾੜਾ ਹੈ, ਬੁਰਾ ਹੈ, ਪਾਪੀ ਬੰਦੇ ਨੂੰ ਬੜਾ ਪਿਆਰਾ ਲੱਗਦਾ। ਨਗਰ ਦੇ ਮੁਖੀਏ ਨੂੰ ਉੱਥੋਂ ਨਾਲ ਲੈ ਕਰਕੇ ਸਿੱਧਾ ਕੋਤਵਾਲ ਦੇ ਕੋਲ ਚਲਿਆ ਗਿਆ। ਮੋਰਿੰਡੇ ਵਿੱਚ ਜਾਨੀ ਖਾਂ ਤੇ ਮਾਨੀ ਖਾਂ ਥਾਣੇਦਾਰ ਸੀ ਦੋਵੇਂ। ਇਹਨਾਂ ਨੂੰ ਜਾ ਕੇ ਰਾਵਟਾਂ ਲਿਖਾ ਦਿੱਤੀਆਂ, ਮੇਰੇ ਘਰ ਵਿੱਚ ਸਰਕਾਰ ਦੇ ਬਾਗੀ ਗੁਰੂ ਗੋਬਿੰਦ ਸਿੰਘ ਦੇ ਬੁੱਢੜੇ ਮਾਤਾ ਤੇ ਉਹਨਾਂ ਦੇ ਨਿੱਕੇ ਸਾਹਿਬਜ਼ਾਦੇ ਮੇਰੇ ਘਰ ਵਿੱਚ ਬੈਠੇ, ਜਾ ਕੇ ਗ੍ਰਿਫਤਾਰ ਕਰ ਲਓ, ਸਰਕਾਰ ਤੋਂ ਚੰਗਾ ਇਨਾਮ ਪਾਵੋਗੇ। ਜਾਨੀ ਖਾਂ ਮਾਨੀ ਖਾਂ ਸੈਨਾ ਲੈ ਕਰਕੇ ਇਸ ਗੰਗੇ ਦੇ ਘਰ ਵਿੱਚ ਆ ਪਹੁੰਚੇ ਨੇ। ਸਤਿਗੁਰੂ ਪਾਤਸ਼ਾਹ ਦੇ ਲਾਲਾਂ ਨੂੰ, ਮਾਤਾ ਨੂੰ ਗ੍ਰਿਫਤਾਰ ਘਰ ਵਿੱਚੋਂ ਕਰ ਲਿਆ। ਨਗਰ ਵਾਲੀ ਲਾਹਨਤਾਂ ਪਾਉਂਦੇ ਨੇ। ਇਹ ਸਮਾਂ ਸੀ ਮਾਤਾ ਦੀ ਸੇਵਾ ਕਰਨ ਦਾ। ਸਾਹਿਬਜ਼ਾਦਿਆਂ ਦੀ ਸੇਵਾ ਕਰਦਾ ਰਹਿੰਦੀ ਦੁਨੀਆ ਤੱਕ ਇਹਦਾ ਜਸ ਹੋਣਾ ਸੀ। ਇਹਨੇ ਤੇ ਕੁੱਲ ਨੂੰ, ਨਗਰ ਨੂੰ ਕਲੰਕੀ ਕਰਕੇ ਰੱਖ ਦਿੱਤਾ। ਤੇ ਉਸ ਵੇਲੇ ਬੜੀਆਂ ਲਾਹਨਤਾਂ ਪਈਆਂ। ਤੇ ਪਰੰਤੂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਮਰਿੰਡੇ ਲੈ ਗਏ ਨੇ। ਆ ਜਿਹੜੀ ਰਾਤ ਗੁਜ਼ਰੀ ਹੈ ਸਾਡੀ, ਆ ਪਿਛਲੀ ਰਾਤ ਮਾਤਾ ਜੀ ਮਰਿੰਡੇ ਦੇ ਕੋਤਵਾਲੀ ਥਾਣੇ ਵਿੱਚ ਉੱਥੇ ਸਨ। ਅੱਜ ਦਾ ਜਿਹੜਾ ਆ ਦਿਨ ਚੱਲ ਰਿਹਾ, ਅੱਜ ਇੱਥੋਂ ਮਰਿੰਡੇ ਤੋਂ ਸਾਹਿਬਜ਼ਾਦਿਆਂ ਨੂੰ ਫਤਿਹਗੜ੍ਹ ਸਾਹਿਬ ਦੀ ਸਰਹੰਦ ਦੀ ਧਰਤੀ ਲੈ ਕੇ ਜਾਣਾ। ਫਿਰ ਉੱਥੇ ਸਾਰੀ ਰਾਤ ਮਾਤਾ ਜੀ ਨੂੰ ਉਸ ਥਾਣੇ ਦੇ ਵਿੱਚ ਬੰਦ ਕਰਕੇ ਸਾਹਿਬਜ਼ਾਦਿਆਂ ਦੇ ਸਮੇਤ ਰੱਖਿਆ ਗਿਆ। ਇਹਨਾਂ ਨੇ ਖਬਰਾਂ ਭੇਜੀਆਂ ਸਰਹੰਦ ਸੂਬੇਦਾਰ ਨੂੰ ਕਿ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੀਸ ਦੇ ਉੱਤੇ ਤੁਸੀਂ ਬੜਾ ਇਨਾਮ ਰੱਖਿਆ ਹੋਇਆ, ਉਸ ਗੁਰੂ ਦੇ ਮਾਤਾ ਤੇ ਸਾਹਿਬਜ਼ਾਦਿਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਉੱਚੇ ਮਰਾਤਬੇ ਪਾਉਣ ਵਾਸਤੇ, ਉੱਚੇ ਅਹੁਦੇ ਲੈਣ ਵਾਸਤੇ ਇਹ ਜਾਨੀ ਖਾਂ ਤੇ ਮਾਨੀ ਖਾਂ ਦੋਵੇਂ ਥਾਣੇਦਾਰ ਗੱਡਿਆਂ ਵਿੱਚ ਬਿਠਾ ਕੇ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਸਰਹੰਦ ਵੱਲ ਨੂੰ ਲੈ ਤੁਰੇ ਨੇ। ਸੰਗਤਾਂ ਦਰਸ਼ਨ ਕਰਦੀਆਂ ਨਗਰਾਂ ਪਿੰਡਾਂ ਦੇ ਵਿੱਚੋਂ ਆ ਕੇ ਰਸਤਿਆਂ ਦੇ ਉੱਪਰ, ਤੇ ਨਾਲੇ ਗੰਗੂ ਨੂੰ ਲਾਹਨਤਾਂ ਪਾਉਂਦੀਆਂ ਨੇ। ਇਹ ਸਾਰੀ ਦੇਣ ਗੰਗੂ ਬ੍ਰਾਹਮਣ ਦੀ ਹੈ, ਜਿਸ ਨੇ ਸਾਰੀਆਂ ਕੁਲਾਂ ਨੂੰ ਕਲੰਕੀ ਕਰਕੇ ਰੱਖ ਦਿੱਤਾ, ਜਿਹਨੇ ਧਰਮ ਨੂੰ ਵੀ ਕਲੰਕ ਲਗਵਾ ਕੇ ਰੱਖ ਦਿੱਤਾ। ਧਰਮ ਕੋਈ ਨਹੀਂ ਮਾੜਾ ਹੋਇਆ ਕਰਦਾ। ਇੱਕ ਦੋ ਬੰਦੇ ਮਾੜੇ ਧਰਮਾਂ ਵਿੱਚ ਪੈਦਾ ਹੋ ਜਾਂਦੇ, ਜਿਹੜੇ ਸਾਰੇ ਧਰਮ ਦੇ ਉੱਤੇ ਕਲੰਕ ਲੱਗ ਜਾਂਦੇ ਨੇ। ਫਿਰ ਉਸ ਵੇਲੇ ਜਦੋਂ ਪਹੁੰਚਦੇ ਨੇ, ਅੱਜ ਸ਼ਾਮ ਨੂੰ ਸਾਹਿਬਜ਼ਾਦੇ ਸਾਧ ਸੰਗਤ ਜੀ ਸਰਹੰਦ ਦੀ ਧਰਤੀ ਤੇ ਪਹੁੰਚਦੇ ਨੇ। 10 ਪੋਹ ਹੈ ਅੱਜ। 10 ਪੋਹ ਨੂੰ ਸ਼ਾਮ ਨੂੰ ਜਦੋਂ ਪਹੁੰਚਦੇ, ਕਚਹਿਰੀ ਬੰਦ ਹੋ ਜਾਂਦੀ ਹੈ। ਵਜੀਦ ਖਾਂ ਉੱਥੇ ਹੁਕਮ ਦਿੰਦਾ, ਅੱਜ ਦੀ ਰਾਤ ਇਸ ਮਾਤਾ ਗੁਜਰ ਕੌਰ ਨੂੰ ਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਜਾਵੇ। ਇਹ ਬੁਰਜ ਜਿਹੜਾ ਸੀ ਨਦੀ ਦੇ ਕਿਨਾਰੇ ਬਣਿਆ ਹੋਇਆ, ਇਹ ਜੇਠ ਹਾੜ ਦੀਆਂ ਲੂਆਂ ਤੋਂ ਬਚਣ ਵਾਸਤੇ ਬਣਾਇਆ ਸੀ। ਵਜੀਦ ਖਾਂ ਵਰਗੇ ਸੂਬੇਦਾਰ ਗਰਮੀ ਦੇ ਸਮੇਂ ਰਾਹਤ ਲੈਣ ਵਾਸਤੇ ਇਸ ਬੁਰਜ ਵਿੱਚ ਬੈਠਿਆ ਕਰਦੇ। ਅੱਜ ਜੇਠ ਹਾੜ ਨਹੀਂ, ਅੱਜ ਪੋਹ ਦੇ ਮਹੀਨੇ ਨੇ। ਉਸ ਬੁਰਜ ਦੇ ਅੰਦਰ ਮਾਤਾ ਗੁਜਰ ਕੌਰ ਜੀ ਨੂੰ ਬਿਠਾਇਆ। ਸਾਹਿਬਜ਼ਾਦੇ ਦੋਵੇਂ ਮਾਤਾ ਜੀ ਦੀ ਗੋਦ ਵਿੱਚ ਬੈਠੇ ਨੇ। ਨਾ ਕੋਈ ਰਜਾਈ ਹੈ, ਨਾ ਤਲਾਈ ਹੈ, ਨਾ ਗਰਮ ਜੈਕਟਾਂ ਨੇ ਸਰੀਰ ਉੱਪਰ।
ਸਰੀਰ ਠੁਰ ਠੁਰ ਕਰਕੇ ਕੰਬਦੇ ਨੇ। ਤੇ ਜਦੋਂ ਸਾਧ ਸੰਗਤ ਮਾਤਾ ਜੀ ਨੇ ਸੱਜੇ ਗੋਡੇ ਤੇ ਬਾਬਾ ਜੋਰਾਵਰ ਸਿੰਘ, ਖੱਬੇ ਗੋਡੇ ਤੇ ਬਾਬਾ ਫਤਿਹ ਸਿੰਘ ਜੀ ਨੂੰ ਬਿਠਾਇਆ ਤੇ ਸਾਹਿਬਜ਼ਾਦਿਆਂ ਦੇ ਸਰੀਰ ਜਿਹੜੇ ਠੁਰ ਠੁਰ ਕੰਬਦੇ ਨੇ, ਬੁੱਲ੍ਹ ਸਾਧ ਸੰਗਤ ਜੀ ਨੀਲੇ ਹੋ ਚੁੱਕੇ ਠੰਡ ਨਾਲ। ਮਾਤਾ ਜੀ ਨੂੰ ਪੁੱਛਦੇ ਨੇ, ਮਾਤਾ ਜੀ ਕਿਸ ਵਾਸਤੇ ਆਪਾਂ ਨੂੰ ਇੱਥੇ ਬਿਠਾਇਆ ਗਿਆ? ਤਾਂ ਮਾਤਾ ਗੁਜਰ ਕੌਰ ਜੀ ਫਿਰ ਦੱਸਦੇ ਨੇ, ਇਹ ਆਪਣੇ ਨਾਲ ਕੋਈ ਅਨੋਖੀ ਗੱਲ ਨਹੀਂ ਹੋਣ ਲੱਗੀ। ਆਪਣੇ ਵੱਡੇ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਜੇਠ ਹਾੜ ਦੀਆਂ ਲੋਆਂ ਵਿੱਚ ਜ਼ਾਲਮਾਂ ਨੇ ਤੱਤੀਆਂ ਤਵੀਆਂ ਤੇ ਚੌਂਕੜੇ ਲਵਾ ਦਿੱਤੇ ਸੀ। ਗਰਮ ਰੇਤ ਸੀਸ ਵਿੱਚ ਪਵਾਇਆ ਸੀ। ਸਾਰਾ ਸਰੀਰ ਛਾਲਿਆਂ ਨਾਲ ਛਾਨਣੀ ਛਾਨਣੀ ਗੁਰੂ ਅਰਜਨ ਸਾਹਿਬ ਦਾ ਹੋ ਚੁੱਕਿਆ ਸੀ। ਤੁਹਾਡੇ ਦਾਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਕੀ ਕਿਸੇ ਦਾ ਵਿਗਾੜਿਆ ਸੀ? ਉਹਨਾਂ ਨੇ ਦੂਸਰੇ ਧਰਮ ਨੂੰ ਡੁੱਬਦਿਆਂ ਬਚਾਉਣ ਵਾਸਤੇ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ। ਉਹਨਾਂ ਦੇ ਧੜ ਦੇ ਉੱਤੇ ਤਲਵਾਰ ਦਾ ਵਾਰ ਮਾਰ ਕੇ ਜ਼ਾਲਮਾਂ ਨੇ ਸੀਸ ਉਹਨਾਂ ਦਾ ਕੱਟ ਦਿੱਤਾ ਸੀ। ਇਹ ਇਸੇ ਤਰ੍ਹਾਂ ਹੁੰਦਾ ਆਇਆ ਹੈ। ਤੁਹਾਡੇ ਦਾਦਿਆਂ ਨੂੰ ਪੜਦਾਦਿਆਂ ਨੂੰ ਜਰਵਾਣਿਆਂ ਨੇ ਕਿਹਾ ਸੀ ਧਰਮ ਛੱਡ ਦਿਓ, ਤੇ ਉਹਨਾਂ ਨੇ ਧਰਮ ਨਹੀਂ ਛੱਡਿਆ। ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹੋ, ਗੁਰੂ ਗੋਬਿੰਦ ਸਿੰਘ ਦੇ ਲਾਲ ਹੋ, ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਦੇ ਵੀਰੇ ਹੋ। ਕਿਤੇ ਐਸਾ ਨਾ ਹੋਵੇ ਧਰਮ ਤੋਂ ਤੁਸੀਂ ਡੋਲ ਜਾਓ। ਬੜੇ ਤੁਹਾਨੂੰ ਲੋਭ ਲਾਲਚ ਇਹਨਾਂ ਨੇ ਦਿਖਾਉਣੇ ਕੱਲ੍ਹ ਨੂੰ ਅੰਮ੍ਰਿਤ ਵੇਲੇ, ਬੜੇ ਦਬਕੇ ਮਾਰਨਗੇ, ਬੜਾ ਕੁਝ ਇਹਨਾਂ ਨੇ ਕਰਨਾ। ਤੁਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ। ਜਦੋਂ ਇਹ ਸਿੱਖਿਆਵਾਂ ਮਾਤਾ ਗੁਜਰ ਕੌਰ ਜੀ ਸਾਰੀ ਰਾਤ ਵੱਡੇ ਗੁਰਦੇਵ ਸਤਿਗੁਰੂ ਦੀਆਂ ਸਾਖੀਆਂ, ਸ਼ਹੀਦਾਂ ਦੀਆਂ ਸਾਖੀਆਂ ਸੁਣਾਉਂਦੇ ਨੇ, ਤਾਂ ਸਾਹਿਬਜ਼ਾਦੇ ਕਹਿੰਦੇ, ਮਾਤਾ ਜੀ ਸਾਨੂੰ ਪਤਾ, ਅਸੀਂ ਮਾਤਾ ਗੁਜਰੀ ਗੁਰੂ ਤੇਗ ਬਹਾਦਰ ਦੇ ਪੋਤਰੇ ਹਾਂ, ਗੁਰੂ ਗੋਬਿੰਦ ਸਿੰਘ ਦੇ ਲਾਲ ਹਾਂ। ਕੁਝ ਵੀ ਕਿਉਂ ਨਾ ਹੋ ਜਾਵੇ, ਆਪਣਾ ਧਰਮ ਨਹੀਂ ਛੱਡਾਂਗੇ। ਮਾਤਾ ਜੀ ਨੇ ਰਾਤ ਸਾਧ ਸੰਗਤ ਜੀ ਵਸਰ ਕੀਤੀ ਹੈ। ਮੋਤੀ ਰਾਮ ਮਹਿਰਾ ਜੀ ਧੰਨ ਗੁਰੂ ਦੇ ਪਿਆਰੇ ਗੁਰਸਿੱਖ, ਇਹਨਾਂ ਨੂੰ ਪਤਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਦੇ ਮਾਤਾ ਤੇ ਸਾਹਿਬਜ਼ਾਦਿਆਂ ਨੂੰ ਵਜੀਦ ਖਾਨ ਨੇ ਠੰਡੇ ਬੁਰਜ ਵਿੱਚ ਕੈਦ ਕਰਕੇ ਰੱਖਿਆ। ਸਿਪਾਹੀਆਂ ਨੂੰ ਕੋਈ ਨਗਦੀ ਦੇ ਕੇ, ਗਹਿਣੇ ਦੇ ਕਰਕੇ, ਇਹਨੇ ਗਰਮ ਦੁੱਧ ਲਿਆ ਕਰਕੇ ਮਾਤਾ ਜੀ ਸਾਹਿਬਜ਼ਾਦਿਆਂ ਨੂੰ ਗਲਾਸ ਭਰ ਕੇ ਛਕਾਏ। ਕੁਝ ਰਾਹਤ ਮਿਲੀ, ਸਰੀਰਾਂ ਦੇ ਅੰਦਰ ਕੁਝ ਨਿੱਘ ਬਣਿਆ ਹੈ। ਤੇ ਮਾਤਾ ਜੀ ਨੇ ਕਿਹਾ ਸੀ, ਮੋਤੀ ਰਾਮ ਮਹਿਰੇ, ਬਹੁਤ ਵੱਡਾ ਤੂੰ ਪੁੰਨ ਕਮਾਇਆ ਹੈ। ਗੁਰੂ ਕਲਗੀਧਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਸਦਾ ਤੇਰੀ ਬਾਂਹ ਪਕੜਨਗੇ। ਪਰੰਤੂ 3 ਗਲਾਸ ਦੁੱਧ ਦੇ ਪਿਲਾਏ ਸੀ, ਉਹਦੇ ਬਦਲੇ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸਾਰਾ ਪਰਿਵਾਰ ਜ਼ਾਲਮਾਂ ਨੇ ਕੋਲੂ ਵਿੱਚ ਪੀੜ ਦਿੱਤਾ ਸੀ। 6 ਸਾਲ ਦਾ ਪੁੱਤਰ ਸੀ ਬਾਬਾ ਨਰੈਣਾ, ਜਿਹੜਾ ਸਾਧ ਸੰਗਤ ਕੋਲੂ ਵਿੱਚ ਪੀੜ ਕਰਕੇ ਜ਼ਾਲਮਾਂ ਨੇ ਉਹਦਾ ਤੇਲ ਕੱਢ ਦਿੱਤਾ ਸੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਧੰਨ ਸਤਿਗੁਰੂ ਦੇ ਲਾਲ, ਧੰਨ ਮਾਤਾ ਗੁਜਰ ਕੌਰ ਜੀ। ਜਦੋਂ ਹੁਣ ਕੱਲ੍ਹ ਦਾ ਦਿਨ 11 ਪੋਹ ਦਾ ਆਰੰਭ ਹੋਣਾ, ਪਹਿਲੀ ਪੇਸ਼ੀ ਸਾਹਿਬਜ਼ਾਦਿਆਂ ਦੀ 11 ਪੋਹ ਦੀ ਬਣਦੀ ਹੈ। ਜਦੋਂ ਪੇਸ਼ੀ ਹੋਣੀ ਹੈ ਤਾਂ ਵਜੀਦ ਖਾਨ ਨੇ ਸਵਖਤੇ ਹੀ ਆਪਣੇ ਸਿਪਾਹੀ ਠੰਡੇ ਬੁਰਜ ਵਿੱਚ ਭੇਜੇ ਨੇ, ਜਾਓ ਸਾਹਿਬਜ਼ਾਦਿਆਂ ਨੂੰ ਲੈ ਕੇ ਆਓ, ਮਾਤਾ ਨਹੀਂ ਨਾਲ ਆਉਣੀ ਚਾਹੀਦੀ। ਜਦੋਂ ਸਿਪਾਹੀ ਸਾਧ ਸੰਗਤ ਆਏ ਨੇ, ਮਾਤਾ ਗੁਜਰ ਕੌਰ ਜੀ ਨੂੰ ਕਹਿਣ ਲੱਗੇ, ਵਜੀਦ ਖਾਨ ਨੇ ਕਚਹਿਰੀ ਵਿੱਚ ਬੱਚਿਆਂ ਨੂੰ ਬੁਲਾਇਆ ਹੈ। ਮਾਤਾ ਜੀ ਕਹਿੰਦੇ, ਚਲੋ ਚੱਲਦੇ ਹਾਂ, ਮੈਂ ਵੀ ਨਾਲ ਚੱਲਾਂਗੀ। ਕਹਿੰਦੇ, ਨਹੀਂ ਮਾਤਾ, ਇਕੱਲੇ ਬੱਚਿਆਂ ਨੂੰ ਲੈ ਕਰਕੇ ਜਾਣਾ। ਮਾਤਾ ਜੀ ਨੇ ਉਸ ਵੇਲੇ ਅਰਦਾਸ ਕੀਤੀ, ਗੁਰੂ ਨਾਨਕ ਸਾਹਿਬ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ, ਸਤਿਗੁਰੂ, ਲਾਲਾਂ ਦੇ ਅੰਗ ਸੰਗ ਸਹਾਈ ਹੋ ਕੇ ਵਰਤਣਾ। ਕਿਤੇ ਕੋਈ ਐਸੀ ਮਾਇਆ ਦਾ ਪ੍ਰਭਾਵ ਨਾ ਲਾਲਾਂ ਤੇ ਪੈ ਜਾਵੇ। ਧਰਮ ਦੇ ਵਿੱਚ ਪਰਪੱਕ ਰੱਖਣਾ, ਸਿੱਖੀ ਕੇਸਾਂ ਸਵਾਸਾਂ ਨਾਲ ਇਹਨਾਂ ਦੀ ਨਿਭ ਜਾਵੇ। ਆਪਣੇ ਹੱਥੀਂ ਮਾਤਾ ਜੀ ਨੇ ਕੇਸ ਵਾਹੇ ਨੇ, ਜੂੜੇ ਕੀਤੇ ਨੇ ਲਾਲਾਂ ਦੇ, ਦੁਮਾਲੇ ਸਜਾਏ, ਨਿੱਕੇ ਨਿੱਕੇ ਚੋਲੇ ਪਹਿਨਾਏ ਨੇ। 7 ਸਾਲ ਤੇ 9 ਸਾਲ ਦੀ ਅਵਸਥਾ ਸਾਹਿਬਜ਼ਾਦਿਆਂ ਦੀ। ਆਪਣੇ ਵੀ ਘਰਾਂ ਵਿੱਚ ਏਡੇ ਏਡੇ ਬੱਚੇ, ਆਪਣੇ ਪੁੱਤ ਪੋਤਰੇ ਹੋਣਗੇ, ਕਿਤੇ ਧਿਆਨ ਮਾਰ ਕੇ ਵੇਖਿਓ। 7 ਸਾਲ ਤੇ 9 ਸਾਲ ਦੀਆਂ ਨਿੱਕੀਆਂ ਜਿੰਦਾਂ ਨੂੰ ਮਾਤਾ ਜੀ ਨੇ ਤਿਆਰ ਕੀਤਾ।
ਗਾਤਰੇ ਆਪ ਪਾਏ ਨੇ, ਸ੍ਰੀ ਸਾਹਿਬਾਂ ਸਜਾਈਆਂ ਤੇ ਕਮਰ ਕਸੇ, ਗਲਾਂ ਵਿੱਚ ਹਜੂਰੀਏ ਪਰਨੇ ਪਾਏ ਨੇ। ਤੇ ਮਾਤਾ ਜੀ ਕਹਿਣ ਲੱਗੇ, ਸਾਹਿਬਜ਼ਾਦਿਓ ਸਦਾ ਤੁਸੀਂ ਇਹ ਯਾਦ ਰੱਖਣਾ, ਅਸੀਂ ਗੁਰੂ ਗੋਬਿੰਦ ਸਿੰਘ ਦੇ ਲਾਲ ਹਾਂ। ਬਹੁਤ ਕੁਝ ਉੱਥੇ ਤੁਹਾਨੂੰ ਕਹਿਣਗੇ, ਦਬ ਕੇ ਮਾਰਨਗੇ, ਬੜੇ ਲੋਭ ਲਾਲਚ ਦਿਖਾਉਣਗੇ, ਕਿਤੇ ਧਰਮ ਨਾ ਆਪਣਾ ਛੱਡ ਦਿਓ। ਸਾਹਿਬਜ਼ਾਦੇ ਕਹਿੰਦੇ, ਦਾਦੀ ਮਾਂ ਤੂੰ ਚਿੰਤਾ ਨਾ ਕਰ, ਇਹ ਨਹੀਂ ਕਦੇ ਸੁਣੇਗੀ ਵੀ ਗੁਰੂ ਗੋਬਿੰਦ ਸਿੰਘ ਦੇ ਲਾਲ ਧਰਮ ਛੱਡ ਗਏ ਨੇ। ਪਹਿਲੀ ਜਦੋਂ ਪੇਸ਼ੀ ਹੋਣ ਜਾਂਦੀ, ਵੱਡਾ ਦਰਵਾਜ਼ਾ ਬੰਦ ਕਰ ਦਿੰਦੇ। ਇਹ ਜਿੰਨੀਆਂ ਵੀ ਗੱਲਾਂ ਕਰਵਾਉਂਦਾ ਸੀ, ਝੂਠਾ ਆਨੰਦ ਜੀ ਦਾ ਨਾਮ ਤਾਂ ਸੁੱਚਾ ਆਨੰਦ ਸੀ, ਪੰਥ ਨੇ ਝੂਠਾ ਆਨੰਦ ਦਾ ਨਾਮ ਦਿੱਤਾ, ਉਹ ਅੰਦਰ ਰਿਆਂ ਦਿੰਦਾ ਸੀ। ਕਹਿੰਦਾ, ਵਜੀਦ ਖਾਂ ਇਹ ਗੁਰੂ ਗੋਬਿੰਦ ਸਿੰਘ ਦੇ ਬੱਚੇ ਝੁਕਣੇ ਨਹੀਂ ਤੁਹਾਡੇ ਤੋਂ। ਇੱਕ ਗੁਰੂ ਗੋਬਿੰਦ ਸਿੰਘ ਨਹੀਂ ਝੁਕਿਆ, ਗੁਰੂ ਦੇ ਲਾਲ ਹਨ, ਕਿਵੇਂ ਝੁਕ ਜਾਣਗੇ? ਵੱਡਾ ਦਰਵਾਜ਼ਾ ਬੰਦ ਕਰ ਦਿਓ, ਛੋਟੀ ਟਾਕੀ ਰਾਹੀਂ ਝੁਕ ਕੇ ਆਉਣਗੇ, ਤੁਹਾਨੂੰ ਆਪਣੇ ਆਪ ਹੀ ਸਲਾਮ ਹੋ ਜਾਵੇਗੀ। ਵੱਡਾ ਦਰਵਾਜ਼ਾ ਬੰਦ ਕੀਤਾ। ਬਾਬਾ ਫਤਿਹ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਖੜ ਗਏ ਨੇ। ਇੱਕ ਦੂਸਰੇ ਵੱਲ ਵੇਖ ਕੇ ਕਹਿੰਦੇ, ਵੀਰੇ ਇਹ ਵੱਡਾ ਦਰਵਾਜ਼ਾ ਜ਼ਾਲਮਾਂ ਨੇ ਬੰਦ ਕਿਉਂ ਕਰ ਦਿੱਤਾ ਜਦੋਂ ਆਪਾਂ ਨੂੰ ਅੰਦਰ ਸੱਦਿਆ ਹੈ? ਬਾਬਾ ਫਤਿਹ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਇੱਕ ਦੂਸਰੇ ਨੂੰ ਕਹਿੰਦੇ, ਇਹ ਬੜੀ ਚੁਸਤ ਚਲਾਕੀਆਂ ਵਰਤਦੇ ਨੇ, ਇਹ ਸਿਆਸਤਦਾਨ ਲੋਕ ਨੇ, ਸਿਆਸੀ ਬੰਦੇ ਹਨ, ਇਹ ਝੁਕਾਉਣਾ ਚਾਹੁੰਦੇ ਨੇ ਆਪਾਂ ਨੂੰ, ਆਪਾਂ ਝੁਕਣਾ ਨਹੀਂ ਹੈ। ਪਹਿਲਾਂ ਆਪਣੇ ਚਰਨਾਂ ਦੇ ਜੋੜੇ ਅੰਦਰ ਕਰਾਂਗੇ। ਸਾਹਿਬਜ਼ਾਦਿਆਂ ਨੇ ਜਦੋਂ ਦਰਵਾਜ਼ੇ ਦੀ ਨਿੱਕੀ ਟਾਕੀ ਮੋਰੀ ਦੇ ਥਾਈਂ ਅੰਦਰ ਜਾਣ ਲੱਗੇ, ਚਰਨਾਂ ਦੇ ਜੋੜੇ ਜਦੋਂ ਅੰਦਰ ਰੱਖੇ, ਝੂਠੇ ਆਨੰਦ ਦਾ ਮੂੰਹ ਟੱਡਿਆ ਰਹਿ ਗਿਆ ਸੀ। ਮੈਂ ਸੋਚਦਾ ਸੀ ਸਿਰ ਝੁਕਾ ਕੇ ਅੰਦਰ ਆਉਣਗੇ, ਮੱਥਾ ਟੇਕਣਗੇ, ਇਹਨਾਂ ਨੇ ਤੇ ਸਾਨੂੰ ਦਰਬਾਨਚੀਆਂ ਨੂੰ ਆ ਕੇ ਸੂਬੇਦਾਰ ਨੂੰ ਚਰਨਾਂ ਦਾ ਜੋੜਾ ਜੁੱਤੀਆਂ ਵਿਖਾ ਦਿੱਤੀਆਂ ਨੇ। ਫਿਰ ਮੋਢਿਆਂ ਤੇ ਹੱਥ ਰੱਖ ਕੇ ਸਾਹਿਬਜ਼ਾਦਿਆਂ ਦੇ ਕੋਲ ਜਾਂਦਾ ਝੂਠਾ ਆਨੰਦ, ਕਹਿੰਦਾ, ਬੱਚਿਓ ਬੜੇ ਪਿਆਰੇ ਲੱਗਦੇ ਹੋ, ਤੁਹਾਡੀਆਂ ਜਿੰਦਾਂ ਬੜੀਆਂ ਕੋਮਲ ਨੇ, ਦੁੱਧ ਚੁੰਘਦੇ ਤੁਹਾਡੇ ਹਾਲੇ ਦੁੱਧ ਦੇ ਦੰਦ ਨਹੀਂ ਨਿਕਲੇ ਹਨ, ਤੇ ਤੁਹਾਡੀ ਜਿਹੜੀ ਜ਼ਿੰਦਗੀ ਬੜੀ ਲੰਬੀ ਹੈ, ਤੇ ਤੁਸੀਂ ਆਪਣਾ ਧਰਮ ਛੱਡ ਦਿਓ, ਬਹੁਤ ਤਰ੍ਹਾਂ ਦੇ ਤੁਹਾਨੂੰ ਸੁੱਖ ਦਿੱਤੇ ਜਾਣਗੇ। ਆਪਣੀਆਂ ਪੁੱਤਰੀਆਂ ਦੇ ਡੋਲੇ ਦੇਣਗੇ ਬਾਦਸ਼ਾਹ, ਤੁਹਾਨੂੰ ਜਗੀਰਾਂ ਦੇ ਦੇਣਗੇ, ਰਾਜ ਭਾਗ ਤੁਹਾਨੂੰ ਮਿਲ ਜਾਣਾ ਕਰੇਗਾ। ਸਤਿਗੁਰੂ ਪਾਤਸ਼ਾਹ ਦੇ ਲਾਲ ਕਹਿਣ ਲੱਗੇ, ਇਹਨਾਂ ਦੀ ਸਾਨੂੰ ਲੋੜ ਨਹੀਂ ਹੈ। ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਤੁਹਾਨੂੰ ਆਪਣਾ ਧਰਮ ਪਿਆਰਾ ਤੇ ਸਾਨੂੰ ਆਪਣਾ ਧਰਮ ਪਿਆਰਾ ਹੈ, ਕਦੇ ਧਰਮ ਨਹੀਂ ਛੱਡਣਾ ਕਰਾਂਗੇ। ਜਦੋਂ ਇਹ ਸਾਹਿਬਜ਼ਾਦਿਆਂ ਨੇ ਬਚਨ ਕਹੇ ਤਾਂ ਉਸ ਵੇਲੇ ਸਾਧ ਸੰਗਤ ਇਹ ਵਜੀਦ ਖਾਂ ਵੇਖਦਾ ਹੈ ਤੇ ਝੂਠਾ ਆਨੰਦ ਕਹਿਣ ਲੱਗਿਆ, ਵਜੀਦ ਖਾਂ ਨੂੰ ਦੇਖੋ ਜੀ, ਗੁਰੂ ਗੋਬਿੰਦ ਸਿੰਘ ਦੇ ਲਾਲ ਨੇ, ਇਹ ਕਿਸ ਤਰ੍ਹਾਂ ਦੇ ਆਪਣੇ ਬਚਨ ਬੋਲਦੇ ਨੇ। ਫਿਰ ਉੱਥੇ ਬਹੁਤ ਸਾਰੇ ਡਰਾਵੇ ਵੀ ਦਿੱਤੇ ਗਏ। ਸਾਹਿਬਜ਼ਾਦਿਆਂ ਕਹਿ ਦਿੱਤਾ ਸੀ, ਜੋ ਕਰਨਾ ਤੁਸੀਂ ਕਰ ਲਓ, ਅਸੀਂ ਧਰਮ ਨਹੀਂ ਕਦੇ ਤਿਆਗਾਂਗੇ। ਬਹੁਤ ਸਾਰੇ ਸਵਾਲ ਜਵਾਬ ਹੋਏ। ਸਮਾਂ ਬੜਾ ਸੀਮਤ ਹੈ, ਇਸ ਲਈ ਸਾਧ ਸੰਗਤ ਉਹ ਦਿਨ ਦੀ ਪੇਸ਼ੀ 11 ਪੋਹ ਦੀ ਪੂਰੀ ਹੁੰਦੀ ਹੈ। ਮਾਤਾ ਜੀ ਆ ਕਰਕੇ ਪੁੱਛਦੇ ਨੇ ਬੱਚਿਆਂ ਨੂੰ, ਸਾਹਿਬਜ਼ਾਦਿਓ ਕੀ ਪੁੱਛਿਆ ਗਿਆ ਤੁਹਾਡੇ ਕੋਲੋਂ? ਸਾਰਾ ਕੁਝ ਜਿੰਨੀ ਵਾਰਤਾਲਾਪ ਹੋਈ ਮਾਤਾ ਜੀ ਨੂੰ ਦੱਸੀ ਹੈ। ਮਾਤਾ ਜੀ ਨੇ ਫਿਰ 11 ਪੋਹ ਦਾ ਕੱਲ੍ਹ ਦਾ ਦਿਨ ਠੰਡੇ ਬੁਰਜ ਵਿੱਚ ਬੈਠ ਕਰਕੇ ਬਤੀਤ ਕੀਤਾ ਹੈ। ਸਾਰੀ ਰਾਤ ਲੋਰੀਆਂ ਦਿੰਦੇ ਨੇ, ਸਾਹਿਬਜ਼ਾਦਿਆਂ ਨੂੰ ਸਿੱਖਿਆ ਦਿੰਦੇ ਨੇ। 12 ਪੋਹ ਦੀ ਫਿਰ ਜਿਹੜੀ ਪੇਸ਼ੀ ਹੁੰਦੀ, ਉਹਦੇ ਵਿੱਚ ਵੀ ਸਾਹਿਬਜ਼ਾਦੇ ਜਦੋਂ ਜਾ ਕੇ ਦਰਬਾਰ ਵਿੱਚ ਪਹੁੰਚਦੇ ਨੇ, ਉੱਥੇ ਜਕਾਰਾ ਬੁਲਾਉਂਦੇ ਤੇ ਫਤਿਹ ਬੁਲਾਉਂਦੇ ਨੇ, ਤਾਂ ਝੂਠਾ ਆਨੰਦ ਕਹਿੰਦਾ, ਸਾਹਿਬਜ਼ਾਦਿਓ ਇਹ ਤੁਹਾਡੇ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ ਲੱਗਿਆ, ਇਹ ਸੂਬੇਦਾਰ ਵਜੀਦ ਖਾਂ ਦੀ ਕਚਹਿਰੀ ਹੈ। ਇੱਥੇ ਕਲਮਾ ਪੜ੍ਹੋ ਤੇ ਧਰਮ ਆਪਣਾ ਤਿਆਗ ਕੇ ਇਸਲਾਮ ਧਰਮ ਦੇ ਵਿੱਚ ਆਉਣਾ ਪਵੇਗਾ। ਸਤਿਗੁਰੂ ਪਾਤਸ਼ਾਹ ਦੇ ਲਾਲ ਕਹਿੰਦੇ, ਇਹ ਕਦਾ ਚਿੱਤ ਨਹੀਂ ਹੋਣਾ। ਕਹਿੰਦਾ, ਬੱਚਿਓ ਬੜੇ ਤੁਸੀਂ ਪਿਆਰੇ ਲੱਗਦੇ, ਮੈਨੂੰ ਬੜਾ ਤੁਹਾਡੇ ਤੇ ਤਰਸ ਆਉਂਦਾ ਹੈ। ਅੱਜ ਤੁਹਾਡਾ ਦੁਨੀਆ ਵਿੱਚ ਕੋਈ ਨਹੀਂ ਰਿਹਾ। ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਦਾ ਸੀਸ ਕੱਟ ਕਰਕੇ ਦਿੱਲੀ ਔਰੰਗਜ਼ੇਬ ਕੋਲ ਭੇਜ ਦਿੱਤਾ, ਉਹ ਸ਼ਹੀਦ ਹੋ ਗਏ ਨੇ ਚਮਕੌਰ ਦੀ ਗੜ੍ਹੀ ਵਿੱਚ। ਤੁਹਾਡੇ ਵੱਡੇ ਵੀਰ ਅਜੀਤ ਸਿੰਘ, ਜੁਝਾਰ ਸਿੰਘ ਸ਼ਹੀਦ ਹੋ ਚੁੱਕੇ ਨੇ, ਕੌਣ ਤੁਹਾਡੀ ਮਦਦ ਕਰੇਗਾ?
ਜਦੋਂ ਸਤਿਗੁਰੂ ਪਾਤਸ਼ਾਹ ਦੇ ਸ਼ਹੀਦ ਹੋਣ ਦੇ ਬੋਲ ਸੁਣੇ, ਸਾਹਿਬਜ਼ਾਦੇ ਕਹਿੰਦੇ ਕਿਹਦੇ ਸਿਰ ਦੇ ਉੱਤੇ, ਧੜ ਦੇ ਉੱਤੇ 2 ਸਿਰ ਲੱਗੇ ਨੇ, ਜਿਹੜਾ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਦਾ ਸੀਸ ਕੱਟ ਲਵੇ। ਜੇ ਅਸਮਾਨ ਵੱਲ, ਸੂਰਜ ਚੰਦਰਮਾ ਵੱਲ ਮੂੰਹ ਕਰਕੇ ਥੁੱਕੋਗੇ, ਤੁਹਾਡੇ ਆਪਣੇ ਮੂੰਹ ਤੇ ਥੋਕਾ ਕੇ ਪਵੇਗਾ। ਮਤਾ ਕਹੋ ਗੁਰੂ ਗੋਬਿੰਦ ਸਿੰਘ ਸ਼ਹੀਦ ਹੋ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸ਼ਹੀਦ ਕਰਨ ਵਾਲਾ ਕੋਈ ਜੰਮਿਆ ਹੀ ਨਹੀਂ ਹੈ। ਜਦੋਂ ਐਸੇ ਬਚਨ ਕਹੇ ਤਾਂ ਝੂਠਾ ਆਨੰਦ ਕਹਿੰਦਾ, ਦੇਖੋ ਵਜੀਦ ਖਾਂ, ਇੱਕ ਗੁਰੂ ਗੋਬਿੰਦ ਸਿੰਘ ਵਸ ਵਿੱਚ ਨਹੀਂ ਆਉਂਦਾ, ਇਹ 2 ਹੋਰ ਨੇ। ਤੇ ਵਜੀਦ ਖਾਂ ਦਾ ਮਨ ਕਦੇ ਕਦੇ ਪਿਘਲਦਾ ਸੀ, ਤੇ ਇਹ ਝੂਠਾ ਆਨੰਦ ਫਿਰ ਇਹ ਤੂਮਤਾਂ ਲਾ ਕਰਕੇ ਉਹਨੂੰ ਤੇਲ ਦੇ ਦਿੰਦਾ ਸੀ, ਬਲਦੀ ਹੋਈ ਅੱਗ ਤੇ ਤੇਲ ਪਾਉਂਦਾ ਸੀ। ਕਹਿੰਦਾ ਇਸ ਤਰ੍ਹਾਂ ਕਰੋ, ਪਰਖ ਕਰੋ ਇਹਨਾਂ ਲਾਲਾਂ ਦੀ, ਸਾਹਿਬਜ਼ਾਦਿਆਂ ਦੀ, ਇਹਨਾਂ ਨੂੰ ਕਹਿ ਦਿਓ ਤੁਹਾਨੂੰ ਛੱਡ ਦਿੰਦੇ ਹਾਂ ਕਚਹਿਰੀ ਵਿੱਚੋਂ। ਬਾਹਰਲੇ ਪਾਸੇ ਕਚਹਿਰੀ ਦੇ 3 ਦੁਕਾਨਾਂ ਲਗਵਾ ਲਈਆਂ। ਇੱਕ ਦੁਕਾਨ ਤੇ ਮਠਿਆਈ ਰੱਖੀ ਹੈ, ਦੂਸਰੀ ਦੁਕਾਨ ਦੇ ਉੱਤੇ ਖਿਡੌਣੇ ਰੱਖ ਦਿੱਤੇ, ਤੀਸਰੀ ਦੁਕਾਨ ਦੇ ਉੱਤੇ ਸ਼ਾਸਤਰ ਰੱਖ ਦਿੱਤੇ। ਕਹਿੰਦਾ ਹੁਣ ਪਤਾ ਲੱਗੂ ਇਹਨਾਂ ਦੇ ਇਰਾਦੇ ਕੀ ਨੇ, ਕਿਉਂਕਿ ਸਾਹਿਬਜ਼ਾਦੇ ਪਹਿਲਾਂ ਕਹਿ ਚੁੱਕੇ ਸੀ ਅਸੀਂ ਜੰਗਲਾਂ ਵਿੱਚ ਜਾਵਾਂਗੇ, ਸੈਨਾ ਇਕੱਠੀ ਕਰਾਂਗੇ, ਜ਼ੁਲਮ ਨਾਲ ਆਖਰੀ ਦਮ ਦੇ ਤੱਕ ਲੜਦੇ ਹੋਏ ਸ਼ਹੀਦ ਹੋਵਾਂਗੇ। ਇਹ ਇਰਾਦਿਆਂ ਨੂੰ ਪਰਖਣ ਵਾਸਤੇ 3 ਦੁਕਾਨਾਂ ਲਗਵਾ ਲਈਆਂ। ਝੂਠਾ ਆਨੰਦ ਕਹਿੰਦਾ, ਬੱਚਿਓ ਤੁਹਾਨੂੰ ਬਾਦਸ਼ਾਹ ਨੇ ਛੱਡ ਦਿੱਤਾ ਹੈ, ਸੂਬੇਦਾਰ ਨੇ, ਜਿੱਥੇ ਮਰਜ਼ੀ ਜਾ ਸਕਦੇ, ਸੁਤੰਤਰਤਾ ਨਾਲ ਜਾਓ। ਜਦੋਂ ਬਾਹਰ ਨਿਕਲੇ ਵੇਖਿਆ ਮਠਿਆਈ ਦੀ ਦੁਕਾਨ ਹੈ। ਸਾਹਿਬਜ਼ਾਦਿਆਂ ਨੇ ਆਪਣਾ ਮੁਖੜਾ ਦੂਜੇ ਪਾਸੇ ਕਰ ਲਿਆ। ਦੂਸਰੀ ਦੁਕਾਨ ਖਿਡੌਣਿਆਂ ਦੀ, ਬੱਚਿਆਂ ਨੂੰ ਖਿਡੌਣੇ ਪਿਆਰੇ ਲੱਗਦੇ, ਸਾਹਿਬਜ਼ਾਦਿਆਂ ਨੇ ਹੱਥ ਵੀ ਨਹੀਂ ਲਾਇਆ ਖਿਡੌਣਿਆਂ ਨੂੰ। ਤੀਸਰੀ ਜਿਹੜੀ ਦੁਕਾਨ, ਉਹਦੇ ਤੇ ਸ਼ਸਤਰ ਪਏ ਨੇ, ਤਲਵਾਰਾਂ ਪਈਆਂ, ਬੰਦੂਕਾਂ, ਪਿਸਤੌਲ ਪਏ ਨੇ, ਤੇ ਬਾਬਾ ਜੋਰਾਵਰ ਸਿੰਘ ਜੀ ਛੋਟੀਆਂ ਤਲਵਾਰਾਂ ਚੁੱਕ ਕੇ ਵੇਖਦੇ ਨੇ। ਕਦੇ ਵੱਡੀ ਬੰਦੂਕ ਨੂੰ ਹੱਥ ਪਾਉਂਦੇ, ਬਾਬਾ ਫਤਿਹ ਸਿੰਘ ਜੀ ਛੋਟਾ ਪਿਸਤੌਲ ਚੁੱਕਦੇ ਨੇ, ਤੇ ਕਦੇ ਛੋਟਾ ਤੀਰ ਚੁੱਕਦੇ, ਕਦੇ ਛੋਟੀ ਸ੍ਰੀ ਸਾਹਿਬ ਚੁੱਕ ਕੇ ਵੇਖਦੇ ਨੇ। ਝੂਠਾ ਆਨੰਦ ਅੰਦਰ ਬੈਠਾ ਵੇਖੀ ਜਾਂਦਾ, ਕਹਿੰਦਾ ਦੇਖੋ ਸੂਬੇਦਾਰ, ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦੇ ਇਰਾਦੇ ਕੀ ਨੇ। ਇਹ ਤਾਂ ਨਿੱਕੇ ਨਿੱਕੇ 7 ਤੇ 9 ਸਾਲ ਦੇ ਹੁੰਦੇ ਹਥਿਆਰ ਚੁੱਕਣ ਨੂੰ ਫਿਰਦੇ ਨੇ। ਇੱਕ ਗੁਰੂ ਗੋਬਿੰਦ ਸਿੰਘ ਕਾਬੂ ਨਹੀਂ ਆਇਆ ਤੇ ਇਹ 2 ਹੋਰ ਨੇ। ਫਿਰ ਉੱਥੇ ਕੀ ਸ਼ਬਦ ਵਰਤੇ ਸੀ ਉਸ ਜ਼ਾਲਮ ਨੇ ਸਾਹਿਬਜ਼ਾਦਿਆਂ ਦੇ ਪ੍ਰਤੀ। ਕਹਿੰਦਾ ਜੰਮਦੀਆਂ ਹੋਈਆਂ ਸੂਲਾਂ ਦੇ ਮੂੰਹ ਤੋੜ ਦੇਣੇ ਚਾਹੀਦੇ ਨੇ। ਸੱਪਾਂ ਦੇ ਪੁੱਤ ਸਪੋਲੀਏ ਹੁੰਦੇ ਨੇ, ਦੁੱਧ ਪਿਲਾਵਾਂਗੇ ਆਪਾਂ ਨੂੰ ਵੀ ਡੰਗ ਮਾਰਨਗੇ। ਇਹ ਸ਼ਬਦ ਸਾਹਿਬਜ਼ਾਦਿਆਂ ਵਾਸਤੇ ਵਰਤੇ। ਤੇ ਜਦੋਂ ਮਾਤਾ ਜੀ ਕੋਲ ਸ਼ਾਮ ਨੂੰ ਆਉਂਦੇ ਨੇ ਤਾਂ ਉਸ ਵੇਲੇ ਨੂੰ ਇਹ ਫਤਵਾ ਵੀ ਇਹਨਾਂ ਨੇ ਸੁਣਾ ਦਿੱਤਾ ਸੀ। 12 ਪੋਹ ਦੀ ਸ਼ਾਮ ਨੂੰ ਫਤਵਾ ਲਾਇਆ ਗਿਆ ਸੀ, ਪਰਸੋਂ ਦਾ ਜਿਹੜਾ ਦਿਨ ਆਉਣਾ। ਫਤਵਾ ਕੀ ਸੀ? ਉਸ ਵੇਲੇ ਕਾਨੂੰਨ ਦੀਆਂ ਕਿਤਾਬਾਂ ਸਾਰੀਆਂ ਫੁੱਲੀਆਂ ਕਾਜ਼ੀਆਂ ਨੇ। ਇੰਨੇ ਨਿੱਕੇ ਸਾਹਿਬਜ਼ਾਦਿਆਂ ਦੇ ਉੱਤੇ ਜ਼ੁਲਮ ਕਰਨ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ। ਕੋਈ ਕਾਨੂੰਨ ਨਹੀਂ ਲਿਖਿਆ ਮਿਲਦਾ ਸੀ ਕਿਤਾਬਾਂ ਦੇ ਵਿੱਚੋਂ। ਫਿਰ ਢਿੰਗੋ ਜੋਰੀ ਦੇ ਨਾਲ ਉਸ ਵੇਲੇ ਵਜੀਦ ਖਾਂ ਸੂਬੇਦਾਰ ਨੇ ਤੇ ਨਾਲ ਇਸ ਦੇ ਝੂਠੇ ਆਨੰਦ ਨੇ ਮਿਲ ਕਰਕੇ ਕਾਜੀ ਦੇ ਕੋਲੋਂ ਫਤਵਾ ਸੁਣਵਾ ਦਿੱਤਾ, ਇਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਵੇ। ਸ਼ੇਰ ਖਾਂ ਮੁਹੰਮਦ ਸ਼ੇਰ ਖਾਂ ਮਲੇਰ ਕੋਟਲੀਆ, ਸਾਰੇ ਕੋਈ ਧਰਮ ਨਹੀਂ ਮਾੜੇ ਹੁੰਦੇ। ਉਹ ਧਰਮੀ ਬੰਦਾ ਪਰਮਾਤਮਾ ਖੁਦਾ ਅੱਲਾਹ ਤਾਲਾ ਵਿੱਚ ਵਿਸ਼ਵਾਸ ਰੱਖਣ ਵਾਲਾ। ਉਹਨੇ ਹਾਂ ਦਾ ਨਾਰਾ ਮਾਰਿਆ, ਕਹਿੰਦਾ ਬਹੁਤ ਵੱਡਾ ਇਹ ਜਿਹੜਾ ਕਹਿਰ ਹੋਣ ਲੱਗਿਆ ਦੁਨੀਆ ਵਿੱਚ, ਦੁਨੀਆ ਹਿੱਲ ਜਾਵੇਗੀ, ਕੰਬ ਜਾਵੇਗੀ, ਮੈਂ ਅੱਖਾਂ ਨਾਲ ਇਹ ਨਹੀਂ ਵੇਖ ਸਕਦਾ। ਝੂਠਾ ਆਨੰਦ ਗਿਆ ਸੀ ਸ਼ੇਰ ਮੁਹੰਮਦ ਦੇ ਕੋਲ, ਕਹਿੰਦਾ ਤੇਰਾ ਭਰਾ ਮਾਰਿਆ ਗੁਰੂ ਗੋਬਿੰਦ ਸਿੰਘ ਨੇ, ਚਮਕੌਰ ਦੀ ਗੜੀ ਵਿੱਚ ਬਦਲਾ ਲੈ ਲਿਆ ਇਹਨਾਂ ਬੱਚਿਆਂ ਤੋਂ। ਉਹ ਕਹਿਣ ਲੱਗਿਆ ਬੁੱਢੜੀ ਮਾਤਾ ਗੁਜਰ ਕੌਰ, ਸਾਹਿਬਜ਼ਾਦਿਆਂ ਨੇ ਮੇਰਾ ਕੀ ਵਿਗਾੜਿਆ, ਬਦਲਾ ਲਵਾਂਗਾ, ਜੰਗ ਵਿੱਚ ਲਵਾਂਗਾ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ। ਹਾਂ ਦਾ ਨਾਰਾ ਮਾਰ ਕੇ ਬਾਹਰ ਨਿਕਲ ਗਿਆ। ਅੱਜ ਤੱਕ ਮਲੇਰ ਕੋਟਲਾ ਵਸਦਾ। 47 ਵਿੱਚ ਕੀ ਕੁਝ ਨਹੀਂ ਹੋਇਆ, ਕਿੰਨਾ ਨੁਕਸਾਨ ਹੋਇਆ ਇਸਲਾਮ ਧਰਮ ਦਾ, ਉੱਥੇ ਇੱਕ ਵੀ ਜ਼ਾਲਮ ਨਹੀਂ ਕੋਈ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦਿਆਂ ਵਾਸਤੇ ਹਾਂ ਦਾ ਨਾਰਾ ਮਾਰ ਕੇ ਬਾਹਰ ਨਿਕਲਿਆ। ਸਾਹਿਬਜ਼ਾਦੇ ਵਾਪਸ ਆਉਂਦੇ ਮਾਤਾ ਕੋਲ ਸ਼ਾਮ ਨੂੰ। ਮਾਤਾ ਪੁੱਛਦੇ ਨੇ ਬੱਚਿਓ ਅੱਜ ਕੀ ਤੁਹਾਨੂੰ ਉਹਨਾਂ ਨੇ ਸੁਣਾਇਆ?
ਸਾਹਿਬਜ਼ਾਦੇ ਕਹਿੰਦੇ ਮਾਂ ਅੱਜ ਉਹਨਾਂ ਨੇ ਇਹ ਕਿਹਾ ਵੀ ਇਹਨਾਂ ਬੱਚਿਆਂ ਨੂੰ ਨੀਹਾਂ ਵਿੱਚ ਚਿਣਿਆ ਜਾਵੇਗਾ। ਬਾਬਾ ਫਤਿਹ ਸਿੰਘ ਜੀ 7 ਸਾਲ ਦੀ ਉਮਰ ਦਾਦੀ ਮਾਂ ਨੂੰ ਕਹਿੰਦੇ ਮਾਂ ਕੀ ਹੋਇਆ ਜੇ ਨੀਹਾਂ ਵਿੱਚ ਚਿਣ ਦੇਣਗੇ, ਸਾਨੂੰ ਮਾਰ ਤੇ ਨਹੀਂ ਦੇਣਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ 12 ਪੋਹ ਦੀ ਰਾਤ ਵੀ ਠੰਡੇ ਬੁਰਜ ਵਿੱਚ ਕੱਟਦੇ ਨੇ। 13 ਪੋਹ ਨੂੰ ਜਦੋਂ ਨਿੱਕੀਆਂ ਇੱਟਾਂ ਦੇ ਵੀ ਢੇਰ ਲੱਗ ਗਏ ਨੇ, ਗਾਰਾ ਚੂਨਾ ਆਦਿਕ ਤਿਆਰ ਕੀਤਾ ਗਿਆ। ਮਿਸਤਰੀ ਕੀ ਜਲਾਦ ਜਿਹੜੇ ਸਨ ਉਹ ਵੀ ਸੱਦੇ ਗਏ। ਉਸ ਵੇਲੇ ਸਾਰੀਆਂ ਤਿਆਰੀਆਂ ਕਰ ਲਈਆਂ। ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਜੀ ਨੇ ਤਿਆਰ ਕਰਕੇ ਭੇਜਿਆ ਤੇ ਆਪ ਅਰਦਾਸ ਵਿੱਚ ਜੁਟ ਗਏ ਨੇ। ਪਤਾ ਹੈ ਵੀ ਅੱਜ ਨਿੱਕੀਆਂ ਜਿੰਦਾਂ ਲਾਲਾਂ ਨੇ ਵਾਪਸ ਨਹੀਂ ਆਉਣਾ ਹੈ। ਜਦੋਂ ਸਾਧ ਸੰਗਤ ਨੀਹਾਂ ਵਿੱਚ ਚਿਣਨ ਵਾਸਤੇ ਸਾਹਿਬਜ਼ਾਦੇ ਖੜੇ ਕੀਤੇ ਗਏ, ਉੱਥੇ ਵੀ ਬੜੇ ਜਰਵਾਣਿਆਂ ਨੇ ਫਿਰ ਲੋਭ ਲਾਲਚ ਵਿਖਾਏ, ਬੜਾ ਕੁਝ ਕੀਤਾ। ਗੁਰੂ ਸਾਹਿਬ ਦੇ ਲਾਲ ਕਹਿੰਦੇ ਤੁਸੀਂ ਆਪਣਾ ਕੰਮ ਕਰੋ, ਅਸੀਂ ਆਪਣਾ ਕੰਮ ਕਰੀਏ। ਆਪਣਾ ਕੰਮ ਕੀ, ਜਪਜੀ ਸਾਹਿਬ ਦੇ ਪਾਠ ਸ਼ੁਰੂ ਕਰ ਦਿੱਤੇ। ਜਦੋਂ ਐਸੀਆਂ ਸਾਧ ਸੰਗਤ ਨੀਹਾਂ ਦੀ ਚਿਣਤੀ ਸ਼ੁਰੂ ਹੋਈ, ਗਿੱਟਿਆਂ ਦੇ ਕੋਲ ਤੇਸੀ ਨਾਲ ਇੱਟ ਤੋੜ ਕਰਕੇ ਜਦੋਂ ਉਹ ਕਾਰੀਗਰ ਲਾਉਣ ਲੱਗੇ ਨੇ, ਸਾਹਿਬਜ਼ਾਦੇ ਕਹਿਣ ਲੱਗੇ ਸੱਜਣਾ ਇਹ ਕੀ ਕਰਦੇ ਹੋ? ਕਹਿੰਦੇ ਤੁਹਾਡੇ ਗਿੱਟੇ ਆ ਗਏ, ਇੱਥੇ ਤੋੜ ਕਰਕੇ ਇੱਟ ਦੇ ਰੋੜੇ ਲਾਉਣੇ ਪੈਣਗੇ। ਬਾਬਾ ਫਤਿਹ ਸਿੰਘ ਜੋਰਾਵਰ ਸਿੰਘ ਜੀ ਕਹਿੰਦੇ ਇਹ ਕੋਈ ਖੁੱਡਿਆਂ ਦੀ ਨੀਂਹ ਨਹੀਂ ਰੱਖੀ ਜਾ ਰਹੀ, ਕਿਸੇ ਕਮਰੇ ਦੀ ਮਕਾਨ ਦੀ ਨੀਂਹ ਨਹੀਂ ਹੈ, ਇਹ ਸਿੱਖੀ ਦੀ ਨੀਂਹ ਰੱਖੀ ਜਾ ਰਹੀ, ਇਹਦੇ ਵਿੱਚ ਟੁੱਟੀ ਹੋਈ ਇੱਟ ਨਹੀਂ ਲੱਗਣੀ ਚਾਹੀਦੀ। ਫਿਰ ਉੱਥੇ ਜ਼ਾਲਮਾਂ ਨੇ ਜਦੋਂ ਇਹ ਸਾਹਿਬਜ਼ਾਦਿਆਂ ਦੇ ਬਚਨ ਸੁਣੇ ਤੇ ਕਰੰਡੀਆਂ ਤੇਸੀਆਂ ਮਾਰ ਕੇ ਗੁਰੂ ਦੇ ਲਾਲਾਂ ਦੇ ਗਿੱਟੇ ਛਾਂਗ ਦਿੱਤੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਲਾਲ ਅੱਜ ਸਾਡੇ ਪੈਰ ਸੁੰਨ ਹੁੰਦੇ ਠਾਰੇ ਨਾਲ, ਕਿਤੇ ਥੋੜੀ ਬਹੁਤੀ ਸੱਟ ਪੈਰ ਦੇ ਉੱਤੇ ਲੱਗ ਜਾਵੇ, ਦੇਖੋ ਕੀ ਵਰਤਦੀ ਹੈ। ਜਦੋਂ ਤੇਸੀਆਂ ਚੱਲੀਆਂ ਹੋਣਗੀਆਂ, ਕਰੰਡੀਆਂ ਚੱਲੀਆਂ ਗਿੱਟਿਆਂ ਦੇ ਉੱਤੇ, ਗੁਰੂ ਗੋਬਿੰਦ ਸਿੰਘ ਦੇ ਲਾਲ ਜਪਜੀ ਸਾਹਿਬ ਦੀ ਬਾਣੀ ਵਿੱਚ ਮਗਨ ਹਨ। ਗੋਡਿਆਂ ਤੇ ਜਾ ਕੇ ਫਿਰ ਇੱਟ ਤੋੜਨ ਲੱਗਦੇ। ਸਾਹਿਬਜ਼ਾਦੇ ਬਾਣੀ ਪੜ੍ਹਦੇ, ਇਸ਼ਾਰਾ ਕਰਦੇ ਨੇ ਇੱਥੇ ਇੱਟ ਟੁੱਟੀ ਹੋਈ ਨਹੀਂ ਲੱਗੇਗੀ। ਫਿਰ ਗੋਡਿਆਂ ਦੀਆਂ ਚੱਪਣੀਆਂ ਉਧੇੜ ਦਿੱਤੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਦੀਆਂ ਛਾਤੀਆਂ ਤੱਕ ਕੰਧ ਜਾਂਦੀ ਹੈ। ਸਾਹਿਬਜ਼ਾਦੇ ਫਤਿਹ ਸਿੰਘ ਜੀ ਛੋਟੇ ਨੇ, 2 ਸਾਲ, ਕੱਦ ਵੀ ਛੋਟਾ ਹੈ, ਇਸ ਲਈ ਪਹਿਲਾਂ ਉਹਨਾਂ ਦਾ ਸਰੀਰ ਛੁਪਣਾ ਹੈ। ਜਦੋਂ ਮੁਖੜੇ ਦੇ ਕੋਲ ਕੰਧ ਗਈ ਬਾਬਾ ਫਤਿਹ ਸਿੰਘ ਜੀ ਦੇ, ਬਾਬਾ ਜੋਰਾਵਰ ਸਿੰਘ ਜੀ ਦੀ ਛਾਤੀ ਤੱਕ ਕੰਧ ਗਈ ਹੈ। ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਵੱਲ ਵੇਖ ਕਰਕੇ ਮਨ ਵਿੱਚ ਵੈਰਾਗ ਪੈਦਾ ਕੀਤਾ। ਨੇਤਰਾਂ 'ਚੋਂ ਆਂਸੂ ਡਿੱਗੇ। ਬਾਬਾ ਫਤਿਹ ਸਿੰਘ ਜੀ ਕਹਿੰਦੇ ਵੀਰ ਜੀ ਘਬਰਾ ਗਏ ਹੋ, ਕਿਉਂ ਤੁਸੀਂ ਆਪਣੇ ਨੇਤਰਾਂ 'ਚੋਂ ਆਂਸੂ ਡਿੱਗਦੇ ਨੇ ਇਹੋ ਜਿਹੇ ਸਮੇਂ, ਕੀ ਹੋਇਆ ਹੈ ਤੁਹਾਨੂੰ? ਤਾਂ ਬਾਬਾ ਜੋਰਾਵਰ ਸਿੰਘ ਜੀ ਕਹਿੰਦੇ ਵੀਰ ਮੈਂ ਘਬਰਾਇਆ ਨਹੀਂ, ਮੈਂ ਇਹ ਸੋਚਦਾ ਇਸ ਕਰਕੇ ਮਨ ਵੈਰਾਗੀ ਹੋ ਗਿਆ ਕਿ ਤੇਰੇ ਮੇਰੇ ਨਾਲੋਂ ਕਿੰਨੇ ਵੱਡੇ ਭਾਗ ਨੇ। ਤੂੰ 2 ਸਾਲ ਬਾਅਦ ਵਿੱਚ ਆਇਆ ਸੀ, ਮਾਤ ਲੋਕ ਦੇ ਅੰਦਰ ਤੇਰਾ ਜਨਮ ਬਾਅਦ ਵਿੱਚ ਹੋਇਆ ਸੀ, ਤੇ ਮੈਨੂੰ ਛੱਡ ਕੇ ਤੂੰ ਪਹਿਲਾਂ ਦਾਦੇ ਗੁਰੂ ਤੇਗ ਬਹਾਦਰ ਦੀ ਗੋਦ ਵਿੱਚ ਜਾ ਰਿਹਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਹੀ ਕਹਿ ਸਕਦੇ ਨੇ। ਜਦੋਂ ਦੋਵੇਂ ਸਾਧ ਸੰਗਤ ਜਿੰਦਾ ਨੀਹਾਂ ਵਿੱਚ ਸਮਾ ਗਈਆਂ ਨੇ, ਚਾਰੇ ਪਾਸਿਓਂ ਕੰਧਾਂ ਬੰਦ ਹੋਈਆਂ, ਸਾਹ ਘੁੱਟੇ ਗਏ ਨੇ, ਛਾਤੀਆਂ ਜਿਹੜੀਆਂ ਉਹਨਾਂ ਤੇ ਦਬਾਅ ਪਏ ਹਨ, ਹਨੇਰੀਆਂ ਚੱਲੀਆਂ, ਝੱਖੜ ਤੂਫਾਨ ਉਸ ਵੇਲੇ ਚੱਲੇ ਨੇ ਤੇ ਭੁਚਾਲ ਆਏ, ਧਰਤੀ ਹਿੱਲੀ ਹੈ, ਕੰਧਾਂ ਡਿੱਗ ਪਈਆਂ ਨੇ। ਹਾਲੇ ਜਿਹੜੀਆਂ ਜੀਵ ਕਲਾ ਨੇ, ਜਿੰਦਾ ਨੇ, ਸਰੀਰ ਦੇ ਵਿੱਚ ਨੇ, ਸਾਹਿਬਜ਼ਾਦੇ ਸਹਿਕਦੇ ਨੇ। ਤੇ ਉਸ ਵੇਲੇ ਕਿਸੇ ਨੇ ਗੁਲੇਲੇ ਮਾਰਨ ਦਾ ਜ਼ਿਕਰ ਕੀਤਾ, ਕਿਸੇ ਨੇ ਦੁੱਧ ਵਿੱਚ ਕੇਸਰ ਪਾ ਕੇ ਦੁਬਾਰੇ ਹੋਸ਼ ਵਿੱਚ ਲਿਆਉਣ ਦਾ ਜ਼ਿਕਰ ਕੀਤਾ, ਕਿਸੇ ਨੇ ਕੋਈ ਜ਼ਿਕਰ ਕੀਤਾ ਹੈ। ਉਸ ਵੇਲੇ ਫਿਰ ਜਲਾਦਾਂ ਨੇ ਸਾਹਿਬਜ਼ਾਦਿਆਂ ਦੀਆਂ ਛਾਤੀਆਂ ਦੇ ਉੱਤੇ ਗੋਡੇ ਰੱਖ ਕਰਕੇ ਧੜਾਂ ਦੇ ਨਾਲੋਂ ਜਿਹੜੇ ਸੀਸ ਉਹਨਾਂ ਦੇ ਜੁਦਾ ਕੀਤੇ ਸਨ। ਕਿਸੇ ਨੇ ਸਾਹ ਰਗ ਜਿਹੜੀ ਕੱਟਣ ਦਾ ਜ਼ਿਕਰ ਕੀਤਾ ਵੀ ਕਿੰਨੇ ਘੜੀਆਂ ਤੱਕ ਸਾਹਿਬਜ਼ਾਦੇ ਸਹਿਕਦੇ ਰਹੇ। ਸੋ ਇਸ ਲਈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਸਦਾ ਦੀ ਨੀਂਦ ਸੌਂ ਚੁੱਕੇ ਨੇ, ਸ਼ਹਾਦਤ ਦਾ ਜਾਮ ਪੀ ਚੁੱਕੇ ਨੇ, 13 ਪੋਹ ਵਾਲੇ ਦਿਨ ਇਹ ਅੰਦਰੋਂ ਸੂਖਮ ਸਰੀਰ ਨਿਕਲੇ ਨੇ।
ਤਿੰਨ ਤਰ੍ਹਾਂ ਦੇ ਸਾਡੇ ਸਰੀਰ ਹੁੰਦੇ। ਇੱਕ ਹੱਡ ਚੰਮ ਦਾ ਉੱਪਰਲਾ ਸਰੀਰ 3.5 ਮਣ ਦੇਹੁਰੀ ਚੱਲੈ ਪਾਣੀ ਅੰਨ। ਇਹਦੇ ਅੰਦਰ ਇੱਕ ਕਾਰਨ ਸਰੀਰ ਅਗਿਆਨ ਅਵਿਦਿਆ ਹੁੰਦੀ। ਤੀਸਰਾ ਸੂਖਮ ਸਰੀਰ ਹੈ 5 ਗਿਆਨ ਇੰਦਰੇ, 5 ਕਰਮ ਇੰਦਰੇ, 5 ਪ੍ਰਾਣ, 16ਵਾਂ ਮਨ ਤੇ 17ਵੀਂ ਬੁੱਧੀ ਹੈ। ਜਿਹੜਾ ਸੂਖਮ ਸਰੀਰ ਅੱਗੇ ਜਾਂਦਾ ਜਿਹਦਾ ਲੇਖਾ ਜੋਖਾ ਲਿਆ ਜਾਂਦਾ ਹੈ। ਇਹ ਸੂਖਮ ਸਰੀਰ ਜਦੋਂ ਨਿਕਲੇ ਨੇ ਤੇ ਇਹਨਾਂ ਨੇ ਆ ਕੇ ਸੂਖਮ ਸਰੀਰ ਦੇ ਰਾਹੀਂ ਮਾਤਾ ਗੁਜਰੀ ਨੂੰ ਠੰਡੇ ਬੁਰਜ ਵਿੱਚ ਫਤਿਹ ਬੁਲਾਈ। ਮਾਤਾ ਜੀ ਵੇਖਦੇ ਨੇ, ਕਹਿੰਦੀ ਸਾਹਿਬਜ਼ਾਦਿਓ ਤੁਹਾਡੀਆਂ ਫਤਿਹ ਸੁਣਾਈ ਦਿੰਦੀਆਂ ਨੇ, ਤੁਹਾਡੇ ਸਰੀਰ ਨਹੀਂ ਦਿਸਦੇ, ਕਿੱਥੇ ਹੋ ਆਪ ਜੀ? ਤਾਂ ਸਾਹਿਬਜ਼ਾਦੇ ਕਹਿੰਦੇ ਦਾਦੀ ਮਾਂ ਅਸੀਂ ਅਕਾਲ ਬਾਣਾ ਧਾਰਨ ਕਰ ਲਿਆ ਵੀ ਅਕਾਲ ਪੁਰਖ ਦੇ ਵਿੱਚ ਭੇਦ ਹੋ ਚੁੱਕੇ, ਕੱਲੀ ਆਵਾਜ਼ ਹੀ ਤੁਹਾਨੂੰ ਸੁਣਾਈ ਦੇਵੇਗੀ। ਉਸ ਵੇਲੇ ਫਿਰ ਮਾਤਾ ਗੁਜਰ ਕੌਰ ਜੀ ਨੇ ਸ਼ੁਕਰਾਨਾ ਕੀਤਾ ਅਕਾਲ ਪੁਰਖ ਪਰਮਾਤਮਾ ਸਤਿਗੁਰੂ ਦਾ। ਮਹਾਰਾਜ ਬੱਚਿਆਂ ਦੀ ਜਿਹੜੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਲਈ, ਤੁਸੀਂ ਅਮਾਨਤ ਦਿੱਤੀ ਸੀ, ਮੈਂ ਪਾਲ ਕੇ ਪੋਤਰਿਆਂ ਨੂੰ ਵੱਡਿਆਂ ਕੀਤਾ ਤੇ ਤੁਹਾਡੀ ਗੋਦ ਵਿੱਚ ਚਲੇ ਗਏ ਨੇ। ਫਿਰ ਆਪਣੀ ਬ੍ਰਹਮ ਰੰਦਰ ਜਿਹੜੀ ਨਾੜ ਹੈ 10ਵੇਂ ਦੁਆਰ ਦੀ, ਉਹਨੂੰ ਫੋੜ ਕਰਕੇ ਮਾਤਾ ਜੀ ਨੇ ਪ੍ਰਾਣ ਆਪਣੇ ਕੱਢੇ। ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਯੋਗ ਸਾਧਨਾ ਸਾਧਾ। ਮਾਤਾ ਜੀ ਬੜੇ ਯੋਗ ਸਾਧਨਾ ਦੇ ਹਠੀ ਸਨ। ਕਿਸੇ ਨੇ ਕਹਿ ਦਿੱਤਾ ਜੀ ਟੱਕਰ ਮਾਰੀ ਉਹਨਾਂ ਨੇ ਬੁਰਜ ਦੀ ਕੰਧ ਵਿੱਚ, ਮਾਤਾ ਨੇ ਆਤਮ ਹੱਤਿਆ ਨਹੀਂ ਕਰਨੀ ਸੀ। ਜਿਸ ਮਾਤਾ ਨੇ ਸਾਧ ਸੰਗਤ ਆਪਣੇ ਪਤੀ ਨੂੰ ਹੱਥੀਂ ਤੋਰਿਆ ਹੋਵੇ, ਜਿਸ ਮਾਤਾ ਨੇ ਸਾਹਿਬਜ਼ਾਦਿਆਂ ਨੂੰ ਹੱਥੀਂ ਤਿਆਰ ਕਰਕੇ ਤੋਰਿਆ ਹੋਵੇ, ਮਾਤਾ ਇਸ ਤਰ੍ਹਾਂ ਕਿਵੇਂ ਕਰ ਸਕਦੇ ਨੇ? ਉਸ ਵੇਲੇ 10ਵੇਂ ਦੁਆਰ ਦੇ ਰਾਹੀਂ ਸਵਾਸ ਕੱਢ ਕਰਕੇ ਮਾਤਾ ਜੀ ਵੀ ਸਾਹਿਬਜ਼ਾਦਿਆਂ ਦੇ ਨਾਲ ਹੀ ਸੱਚਖੰਡ ਨੂੰ ਚਲੇ ਗਏ। ਜਦੋਂ ਸਿਪਾਹੀ ਖਬਰ ਦੇਣ ਵਾਸਤੇ ਆਏ ਨੇ, ਦੇਖਿਆ ਕਿ ਮਾਤਾ ਜੀ ਵੀ ਸੱਚਖੰਡ ਜਾ ਚੁੱਕੇ ਨੇ। ਤਿੰਨੇ ਸਰੀਰਾਂ ਦਾ ਜਿਹੜਾ ਸੰਸਕਾਰ ਸੀ ਇਹ 14 ਪੋਹ ਵਾਲੇ ਦਿਨ ਹੋਇਆ ਸੀ। ਪਹਿਲਾਂ ਪੁਰਾਤਨ ਸਮੇਂ ਦੇ ਵਿੱਚ ਜਦੋਂ ਵੇਖੀਏ, ਇਹ ਜਿਹੜਾ ਨਗਰ ਕੀਰਤਨ ਹੁੰਦਾ ਸੀ ਸ੍ਰੀ ਫਤਿਹਗੜ੍ਹ ਸਾਹਿਬ ਜੀ ਦਾ, ਇਹ 14 ਪੋਹ ਦਾ ਹੋਇਆ ਕਰਦਾ ਸੀ ਵੀ ਜਿਸ ਦਿਨ ਸੰਸਕਾਰ ਹੋਇਆ ਉਸ ਦਿਨ ਇਹ ਨਗਰ ਕੀਰਤਨ ਕੱਢਿਆ ਜਾਂਦਾ ਸੀ। ਜੋਤੀ ਸਰੂਪ ਤੱਕ ਜਿਹੜਾ ਜਾਂਦਾ ਹੈ 14 ਪੋਹ ਨੂੰ ਜਿਹੜੇ ਸੰਸਕਾਰ ਹੋਣੇ ਸੀ। ਫਿਰ ਉੱਥੇ ਸਾਹਿਬਜ਼ਾਦਿਆਂ ਦਾ ਸੰਸਕਾਰਨ ਵਾਸਤੇ ਜਰਵਾਣੇ ਧਰਤੀ ਨਹੀਂ ਦਿੰਦੇ ਸਨ। ਸਾਡਾ ਰਾਜ ਹੈ, ਸਾਡੀ ਹਕੂਮਤ ਹੈ, ਸਾਡੀ ਮਰਜ਼ੀ ਹੈ, ਧਰਤੀ ਦੇਈਏ ਨਾ ਦੇਈਏ, ਤੇ ਧਰਤੀ ਇਸ ਤਰ੍ਹਾਂ ਨਹੀਂ ਮਿਲੇਗੀ। ਮੁੱਲ ਖਰੀਦ ਲਵੇ ਕੋਈ ਸਿੱਖ ਧਰਤੀ ਤੇ ਇਹਨਾਂ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨ ਲਈ ਧਰਤੀ ਦੇ ਦਿਆਂਗੇ। ਬਾਬਾ ਟੋਡਰ ਮੱਲ ਜੀ ਉਹਨਾਂ ਨੇ ਸਾਧ ਸੰਗਤ ਫਿਰ ਸੋਨੇ ਦੀਆਂ ਮੋਹਰਾਂ ਵਿੱਚ ਸੌਦਾ ਕੀਤਾ। ਵਜੀਦ ਖਾਂ ਕਹਿੰਦਾ ਮੋਹਰਾਂ ਵਿਛਾ ਕੇ ਧਰਤੀ ਲੈ ਸਕਦਾ ਹੈ। ਜਦੋਂ ਮੋਹਰਾਂ ਵਿਛਾ ਦਿੱਤੀਆਂ, ਕਹਿੰਦਾ ਮੋਹਰਾਂ ਖੜੀਆਂ ਕਰਕੇ ਇੱਥੇ ਰੱਖਣੀਆਂ ਪੈਣਗੀਆਂ। ਬਾਬਾ ਟੋਡਰ ਮੱਲ ਜੀ ਨੇ ਉਸ ਤਰ੍ਹਾਂ ਕਰਕੇ ਉਨੀ ਜਗ੍ਹਾ ਸਾਹਿਬਜ਼ਾਦਿਆਂ ਦੇ ਸਰੀਰ, ਮਾਤਾ ਜੀ ਦਾ ਸਰੀਰ ਜਿੰਨੀ ਜਗ੍ਹਾ ਤੇ ਆ ਜਾਵੇ, ਚਿਖਾ ਚਿਣੀ ਜਾਵੇ, ਉਹ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਧਰਤੀ ਖਰੀਦੀ। ਫਿਰ ਦੋਹਾਂ ਸਰੀਰਾਂ ਸਾਹਿਬਜ਼ਾਦਿਆਂ ਦੇ ਜਿਹੜੇ ਅੰਤਮ ਸੰਸਕਾਰ ਦੇ ਵੇਲੇ ਇਸ਼ਨਾਨ ਦੀ ਸੇਵਾ ਸੀ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦਾ ਅੰਤਮ ਇਸ਼ਨਾਨ ਬਾਬਾ ਟੋਡਰ ਮੱਲ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਮਾਤਾ ਗੁਜਰ ਕੌਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਤਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਪਤਨੀ ਮਾਤਾ ਗੁਜਰ ਕੌਰ ਜੀ ਦਾ ਅੰਤਮ ਇਸ਼ਨਾਨ ਟੋਡਰ ਮੱਲ ਦੀ ਪਤਨੀ ਨੇ ਆਪਣੇ ਹੱਥਾਂ ਨਾਲ ਕਰਵਾਇਆ। ਫਿਰ ਤਿੰਨਾਂ ਹੀ ਇਸ ਪਾਵਨ ਪਵਿੱਤਰ ਦੇਹਾਂ ਦਾ ਜਿਹੜਾ ਸੰਸਕਾਰ 14 ਪੋਹ 1761 ਬਿਕਰਮੀ ਨੂੰ ਜੋਤੀ ਸਰੂਪ ਵਾਲੇ ਪਾਵਨ ਪਵਿੱਤਰ ਸਥਾਨ ਤੇ ਹੁੰਦਾ ਹੈ। ਸਾਹਿਬਜ਼ਾਦਿਆਂ ਦੀਆਂ ਸਾਧ ਸੰਗਤ ਸ਼ਹਾਦਤਾਂ ਹੋਈਆਂ। ਚਾਰੇ ਸਾਹਿਬਜ਼ਾਦੇ ਸਾਡੇ ਤੋਂ ਬਾਹਰ ਦਿੱਤੇ। ਸਤਿਗੁਰੂ ਨੇ ਇਸੇ ਵਾਸਤੇ ਕਿਹਾ ਸੀ, ਐਨ ਪੁੱਤਰਨ ਕੇ ਸੀਸ ਪਰ ਬਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਆ ਹੁਆ ਜੀਵਤ ਲੱਖ ਹਜ਼ਾਰ। ਇਹ ਜਿਹੜੇ ਲੱਖਾਂ ਹਜ਼ਾਰਾਂ ਦੀ ਗਿਣਤੀ ਵਿੱਚ ਖਾਲਸਾ ਬੈਠਾ, ਇਹ ਸਾਰਾ ਮੇਰਾ ਪੁੱਤਰ ਹੈ। ਆਪਣੇ ਪੁੱਤਰ ਵਾਰ ਕੇ ਸਾਨੂੰ ਆਪਣੇ ਪੁੱਤਰ ਬਣਾਇਆ। ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਬੱਚੇ ਨਹੀਂ ਬਣ ਸਕੇ। ਖੰਡੇ ਬਾਟੇ ਦਾ ਅੰਮ੍ਰਿਤ ਜਿੰਨੀ ਦੇਰ ਛਕਦੇ ਨੇ, ਓਨੀ ਦੇਰ ਨਾ ਕੋਈ ਜਿਹੜਾ ਕੋਈ ਭਾਈ ਹੈ ਉਹ ਸਿੰਘ ਹੋ ਸਕਦਾ, ਤੇ ਨਾ ਬੀਬੀ ਓਨੀ ਦੇਰ ਤੱਕ ਉਹ ਕੌਰ ਹੋ ਸਕਦੀ ਹੈ।
ਆਪਣੇ ਨਾਮਾਂ ਨਾਲ ਜਿਵੇਂ ਮਰਜ਼ੀ ਕੋਈ ਮਾਤਾ ਪਿਤਾ ਲਿਖੀ ਜਾਵੇ, ਜੀ ਫਲਾਨਾ ਸਿੰਘ ਫਲਾਨੀ ਕੌਰ ਹੈ, ਤੇ ਜਿੰਨੀ ਦੇਰ ਅੰਮ੍ਰਿਤ ਨਹੀਂ ਪ੍ਰਾਪਤ ਕਰਦਾ ਓਨੀ ਦੇਰ ਗੁਰੂ ਕਲਗੀਧਰ ਦਾ ਪੁੱਤਰ ਤੇ ਧੀ ਨਹੀਂ ਬਣ ਸਕੇਗਾ। ਅੱਜ ਲੋੜ ਹੈ ਸਾਹਿਬਜ਼ਾਦਿਆਂ ਦੇ ਪਾਏ ਪੂਰਨਿਆਂ ਤੇ ਚੱਲੀਏ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਧੀਆਂ ਬਣ ਜਾਈਏ। ਅੱਜ ਦੁਨੀਆ ਦੇ ਤਮਾਮ ਸੁੱਖ ਸਾਡੀ ਝੋਲੀ ਵਿੱਚ ਨੇ। ਪੁਰਾਣੇ ਸਿੱਖਾਂ ਦੇ ਵੀ ਜੀਵਨ ਹੁੰਦੇ ਸਨ, ਕੱਚੀਆਂ ਮਕਾਨਾਂ ਵਿੱਚ ਰਹਿਣਾ, ਬਾਣੀ ਕੰਠ ਹੁੰਦੀ ਸੀ, ਨਿਤਨੇਮ ਹੁੰਦਾ, ਸਿਮਰਨ ਸੀ ਉਹਨਾਂ ਕੋਲ, ਹੱਥੀਂ ਸੇਵਾ ਕਰਦੇ ਸਨ। ਅੱਜ ਸਾਨੂੰ ਪੱਕੇ ਮਕਾਨ ਮਿਲ ਗਏ, ਚੰਗੀਆਂ ਮੋਟਰ ਕਾਰਾਂ ਦੀਆਂ ਸਵਾਰੀਆਂ ਮਿਲ ਗਈਆਂ, ਹਰ ਤਰ੍ਹਾਂ ਦੇ ਸੁੱਖ ਨੇ। ਇਹ ਮਿਲੇ ਸ਼ਹੀਦਾਂ ਦੀ ਬਦੌਲਤ ਹਨ। ਅੱਜ ਸਾਡੇ ਪੱਲੇ ਨਾ ਬਾਣੀ ਰਹੀ, ਨਾ ਸਾਡਾ ਕੋਈ ਨਿਤਨੇਮ ਰਿਹਾ, ਨਾ ਸਿਮਰਨ ਰਿਹਾ, ਨਾ ਕੋਈ ਸੇਵਾ ਰਹੀ, ਤੇ ਕਿੱਥੋਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਲਵਾਂਗੇ। ਸਾਧ ਸੰਗਤ ਜੀ, ਸ਼ਹੀਦੀ ਦਿਹਾੜੇ ਨੇ, ਹਿਰਦੇ ਸਾਡੇ ਬਲੂੰਦਰੇ ਜਾਂਦੇ ਇਹਨਾਂ ਦਿਨਾਂ ਵਿੱਚ। ਤੇ ਕਿਤੇ ਵਿਰਾਗ ਦੇ ਸੰਯੁਕਤ ਹੋ ਕੇ ਜਪਜੀ ਸਾਹਿਬ ਦੇ ਪਾਠ ਸ਼ੁਰੂ ਕਰ ਲਓ, ਸਿਮਰਨ ਕਰੋ, ਜੁੜ ਕਰਕੇ ਸੇਵਾ ਕਰੋ, ਤੇ ਸਤਿਗੁਰੂ ਪਾਤਸ਼ਾਹ ਜ਼ਰੂਰ ਸਾਡੀ ਬਾਂਹ ਪਕੜਨਗੇ। ਸੋ ਦਾਸ ਦਾ ਇੰਨਾ ਕੋ ਸਮਾਂ ਆਪ ਸੰਗਤਾਂ ਪ੍ਰਵਾਨ ਕਰਿਓ। ਗਰੀਬ ਨਵਾਜ਼ ਸਤਿਗੁਰੂ ਪਾਤਸ਼ਾਹ ਜੀ ਦਾ ਇਤਿਹਾਸ, ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣਾਉਂਦਿਆਂ ਤੁਛ ਜਿਹੀ ਬੁੱਧੀ ਹੋਣ ਕਰਕੇ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ। ਆਪ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ। ਸਾਰੀਆਂ ਸੰਗਤਾਂ ਦੀ ਹਾਜ਼ਰੀ ਸਤਿਗੁਰੂ ਆਪਣੇ ਦਰ ਤੇ ਪ੍ਰਵਾਨ ਕਰਨ। ਸੰਗਤਾਂ ਵਿੱਚ ਆਪਸੀ ਇਤਫਾਕ, ਪ੍ਰੇਮ, ਪਿਆਰ ਬਣਾਈ ਰੱਖਣ। ਗੁਰਮੁਖ ਪਿਆਰੇ ਜਿਨ੍ਹਾਂ ਨੇ ਦਾਸ ਨੂੰ ਹੁਕਮ ਕੀਤਾ ਸੀ, ਉਹਨਾਂ ਗੁਰੂ ਪਿਆਰਿਆਂ ਦਾ ਰੋਮ ਰੋਮ ਕਰਕੇ ਧੰਨਵਾਦ ਹੈ। ਦੱਸ ਰਹੇ ਸਨ ਇਹ ਸਮਾਗਮ ਜਿਹੜਾ ਸੰਤ ਬਾਬਾ ਖੁਸ਼ਹਾਲ ਸਿੰਘ ਜੀ, ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਵਾਲੇ ਮਹਾਂਪੁਰਖਾਂ ਦੀ ਦੇਖ ਰੇਖ ਦੇ ਹੇਠਾਂ ਇਹ ਕਰਵਾਇਆ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਵਿੱਚ ਇਸੇ ਤਰ੍ਹਾਂ ਹੀ ਪ੍ਰੇਮ ਪਿਆਰ ਬਣਾ ਕੇ ਸਤਿਗੁਰੂ ਅੱਗੇ ਤੋਂ ਵੀ ਇਹ ਸਮਾਗਮ ਇਸੇ ਤਰ੍ਹਾਂ ਕਰਵਾਉਂਦੇ ਰਹਿਣ। ਇਹ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।